जिसनू मत आवे सो सतगुर माहे समाना। एह बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुरबाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। श्री राग महला तीजा। सतगुर सेवै मन निर्मला भए पवित शरीर। मन आनंद सदा सुख पाया पेटिया गहर गंभीर। सच्ची संगत बैसना सच नाम मन तीर। मन रे सतगुर सेव निसंग सतगुर सेवे हर मन वस। लगे न मैल पतंग रहाऊ। सच्चे शब्द पत उपज सच्चे सच्चा नाम। जिनी हाँ मैं मार पछाणिया हाँ तिन बल हार जाऊं। मन मुख सच न जाननी तिन ठार न कतहूँ थां। सच खाना सच पहनना सच्चे ही विच वास। सदा सदा सलाहना सच्चे शब्द निवास। सब आत्म राम पछाणिया गुरमती निज कर वास।
सच वेखण सच बोलना, तन मन सच्चा होए। सची साखी उपदेश सच, सचे सची सोए। जिन्नी सच विसारिया, से दुखिए चले रोए। सतगुर जिनी ना सेवियो, से कित आए संसार। जामंदर बदे मारियं, कूक न सुने पुकार। बिरथा जन्म गवाया, मर जमै वारो वार। एह जग जलता देख कै, भज पै सतगुर शरणम। सतगुर सच दिड़ाया, सदा सच संयम रहना। सतगुर सच्चा है बोहिथा, शब्दे भव जल तरना। लख 84 फिर दे रहे, बिन सतगुर मुक्त न होई। पढ़ पढ़ पंडित मोनी थके, दूजे पाए पत खोई। सतगुर शब्द सुनाया, बिन सचे अवर न कोई। जो सच लाए से सच लगे, नित सची कार करान। तिना निज घर वासा पाया, सचै महल रहन। नानक भगत सुखिए सदा, सचै नाम रचन। नानक भगत सुखिए सदा, सचै नाम रचन। वाहिगुरु जी का खालसा, वाहिगुरु जी की फतेह। ये पावन शब्द जो श्री राग अंदर तीजे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 69 70 अंग ते दर्ज है। इस पावन शब्द की विचार अज आप जी सरवण करोगे। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। 4 तरीक तो धार्मिक पुस्तक चित्र प्रदर्शनी बंगला साहब
ਸਰੋਵਰ ਦੀ ਪਰਿਕਰਮਾ ਦੇ ਵਿੱਚ ਲੱਗੀ ਹੋਈ ਹੈ। ਹਰ ਪਰਿਵਾਰ ਨੂੰ ਸਮੂਹ ਨਾਨਕ ਨਾਮ ਲੇਵਾ ਨੂੰ ਬੇਨਤੀ ਹੈ, ਆਪ ਜੀ ਜ਼ਰੂਰ ਆਓ। ਇੱਕ ਵਾਰੀ ਵੇਖੋ ਤਾਂ ਸਹੀ ਸਿੱਖ ਧਰਮ ਨਾਲ ਸੰਬੰਧਿਤ ਕਿੰਨੀਆਂ ਗੁਰੂ ਇਤਿਹਾਸ, ਸਿੱਖ ਇਤਿਹਾਸ ਦੀਆਂ ਕਿਤਾਬਾਂ ਨੇ। ਬਾਣੀ ਦੇ ਗੁਟਕੇ, ਬਾਣੀ ਦੀਆਂ ਪੋਥੀਆਂ, ਹੋਰ ਸਿੱਖੀ ਨਾਲ ਸੰਬੰਧਿਤ ਬਹੁਤ ਸਾਰੀ ਕਲੈਕਸ਼ਨ ਹੈ। ਅੱਜ ਕੇਵਲ ਤੇ ਕੇਵਲ ਸਿੱਖਾਂ ਦੇ ਵਿੱਚ ਤਸਵੀਰ ਵਿਕਦੀ ਹੈ। ਮੈਂ ਤਾਂ ਸੁਣ ਕੇ ਹੈਰਾਨ ਹੋਇਆ ਕਿ 1.25 ਲੱਖ ਰੁਪਏ ਦੀ ਤਸਵੀਰ ਇਸ ਐਗਜੀਬਿਸ਼ਨ ਵਿੱਚ ਵੀ ਵੇਚੀ ਜਾ ਰਹੀ ਹੈ। ਉਹ ਸਮਾਂ ਦੂਰ ਨਹੀਂ ਹੈ ਕਿ ਅਸੀਂ ਗੁਰੂ ਨਾਨਕ ਨੂੰ ਲਾਕਟ ਵਿੱਚ ਪਾ ਲਿਆ, ਤਸਵੀਰ ਬਣਾ ਕੇ ਕੰਧ ਤੇ ਲਾ ਲਿਆ, ਛੋਟੀ ਜਿਹੀ ਮੂਰਤੀ ਬਣਾ ਕੇ ਕਾਰ ਦੀ, ਆਪਣੀ ਗੱਡੀ ਦੀ ਡੈਸ਼ਬੋਰਡ ਤੇ ਲਾ ਲਿਆ। ਅਸੀਂ ਗੁਰਬਾਣੀ ਦੇ ਗੁਟਕਿਆਂ ਤੋਂ, ਪੋਥੀਆਂ ਤੋਂ ਟੁੱਟ ਜਾਵਾਂਗੇ ਔਰ ਇੱਕ ਦਿਨ ਐਸਾ ਆਏਗਾ ਕਿ ਸਾਡੇ ਘਰ ਵਿੱਚ ਸਵੇਰੇ ਦੇਗ ਨਹੀਂ ਬਣੇਗੀ, ਪਾਠ ਨਹੀਂ ਹੋਏਗਾ। ਇਹ ਪੁੱਛਿਆ ਜਾਏਗਾ ਵੀ ਉਹ ਅਗਰਬੱਤੀ ਕਿੱਥੇ ਹੈ, ਧੂਪ ਬੱਤੀ ਕਿੱਥੇ ਹੈ। ਫੋਟੋ ਨੂੰ ਧੂਪ ਬੱਤੀ, ਅਗਰਬੱਤੀ ਦੇ ਕੇ ਸਾਡਾ ਧਰਮ ਹੋ ਜਾਇਆ ਕਰੇਗਾ। ਇਹ ਬਹੁਤ ਖਤਰਨਾਕ ਰੁਝਾਨ ਹੈ ਕਿ ਸ਼ਬਦ ਗੁਰੂ ਦੀ ਥਾਂ ਤੇ ਤਸਵੀਰ ਗੁਰੂ ਦਾ ਕਰੋੜਾਂ ਰੁਪਈਆਂ ਦਾ ਅੱਜ ਵਪਾਰ ਹੋ ਰਿਹਾ ਹੈ, ਵਧਾਇਆ ਜਾ ਰਿਹਾ ਹੈ, ਵੱਧ ਰਿਹਾ ਹੈ। ਅਗਰ ਘਰ ਵਿੱਚ ਤਸਵੀਰ ਵੀ ਲਾਉਣੀ ਹੈ ਤੇ ਗੁਰੂ ਕੀ ਬਾਣੀ ਦਾ ਸ਼ਬਦ ਭਾਵੇਂ ਸੋਨੇ ਦੇ ਫਰੇਮ ਵਿੱਚ ਮੜਾ ਕੇ ਲਾਓ, ਤਾਂ ਕਿ ਸਵੇਰੇ ਉੱਠ ਕੇ ਸ਼ਬਦ ਦੇ ਅੱਗੇ ਖਲੋ ਕੇ ਤੁਸੀਂ ਸ਼ਬਦ ਪੜ੍ਹ ਸਕੋਗੇ। ਸਿਰ ਢੱਕ ਕੇ ਸ਼ਬਦ ਪੜ੍ਹੋਗੇ। ਫੋਟੋ ਨੂੰ ਸਿਰ ਢੱਕ ਕੇ ਮੱਥਾ ਥੋੜ੍ਹਾ ਟੇਕੋਗੇ ਤੁਸੀਂ। ਕੇਸ ਅੱਗੇ ਚਲੇ ਗਏ, ਬਾਣੀ ਹੁਣ ਚਲੀ ਗਈ। ਆਉਣ ਵਾਲੀ ਪੀੜ੍ਹੀ ਤੱਕ ਸ਼ਾਇਦ ਸਾਡੇ ਕੋਲ ਦੇਣ ਵਾਸਤੇ ਕੁਛ ਨਹੀਂ ਬਚੇਗਾ। ਬਸ ਇੱਕੋ ਹੀ ਕਹਿੰਦੇ ਆ ਚਲੇ ਜਾਵਾਂਗੇ, ਸਾਡੇ ਕਾਕੇ ਦਾ ਪੈਕੇਜ ਇੰਨਾ ਹੈ। ਸੋ ਮੇਰੀ 2 ਹੱਥ ਜੋੜ ਕੇ ਬੇਨਤੀ ਹੈ ਕਿ 100 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹਰ ਸਿੱਖ ਇਸ ਐਗਜੀਬਿਸ਼ਨ ਵਿੱਚ ਖਰਚ ਕਰੇ। ਅਸੀਂ ਗਰੀਬ ਨਹੀਂ ਹੋਣ ਲੱਗੇ। ਦੁਨੀਆ ਦੇ ਅਡੰਬਰਾਂ ਵਾਸਤੇ ਸਾਡੇ ਕੋਲ ਲੱਖਾਂ ਰੁਪਈਆਂ ਦਾ ਬਜਟ ਹੈ। ਕੋਈ ਨਾ ਕੋਈ ਵਸਤੂ ਜ਼ਰੂਰ ਖਰੀਦੋ ਇਸ ਐਗਜੀਬਿਸ਼ਨ ਦੇ ਵਿੱਚੋਂ। ਆਪਣੇ ਘਰ ਦਾ, ਆਪਣੇ ਡਰਾਇੰਗ ਰੂਮ ਦਾ ਸ਼ਿੰਗਾਰ ਬਣਾਓ, ਤਾਂ ਕਿ ਉਹ ਜਿਹੜੇ ਵੀਰ ਗੁਰਬਾਣੀ ਦੇ ਪ੍ਰਚਾਰ ਦੇ ਪ੍ਰਤੀ ਜਾਂ ਸਿੱਖੀ ਦੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਦੇ ਪ੍ਰਤੀ ਲੱਗੇ ਹੋਏ ਨੇ, ਉਹਨਾਂ ਦੀ ਕਿਰਤ ਸਫਲੀ ਹੋ ਸਕੇ, ਉਹਨਾਂ ਨੂੰ, ਪਰਿਵਾਰ ਨੂੰ ਰੋਟੀ ਰੋਜੀ ਵੀ ਇਹਦੇ 'ਚੋਂ ਮਿਲ ਸਕੇ। ਨਹੀਂ ਤਾਂ ਅੱਗੇ ਹੌਲੀ ਹੌਲੀ ਲੋਕ ਕੁਲਫੀਆਂ ਵੇਚ ਲੈਣਗੇ, ਕਿਰਪਾਨਾਂ, ਕੰਘੇ ਕੜੇ ਕੋਈ ਨਹੀਂ ਵੇਚੇਗਾ ਵੀ ਇਹਦੇ 'ਚੋਂ ਤਾਂ ਰੋਟੀ ਵੀ ਨਹੀਂ ਬਚਦੀ। ਸਾਡੇ ਗੁਰੂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੇਵਲ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਨਹੀਂ ਬਣਾਇਆ, ਉੱਥੇ ਬਾਜ਼ਾਰ ਵੀ ਬਣਾਏ ਸਨ, ਮਾਰਕੀਟਾਂ ਬਣਾਈਆਂ ਸਨ, ਮੰਡੀਆਂ ਬਣਾਈਆਂ ਸਨ। ਬਹੁਤ ਵਪਾਰਕ ਤੌਰ ਤੇ ਸ਼ਹਿਰ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਸੀ। ਅਸੀਂ ਸਿੱਖੀ ਨੂੰ ਸਮਝ ਕੇ ਸਿੱਖੀ ਨੂੰ ਕਮਾਉਣ ਵਾਲੇ ਬਣੀਏ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਮਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ
महिमा बरन ना साकों, तू ठाकुर ऊच भगवाना। शब्दावतार बाणी ते पोहित। जुगोह जुग अटल परम सन्मान योग, परम सत्कार योग, चवर शतर तख्त के मालिक, साहिबे कबाल साहिबे बरकत, साहिबे कमाल मुर्शिदे कामल, कामले रहबर, रोशने चिराग नूरे नज़र, ज्ञान दे सागर समूची मनुखता दे साझा आत्मक भंडार, साहिब गुरु ग्रंथ साहब जी दी पावन हजूरी तो पीरां दे पीर, बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, अष्टम बलवीरा, अठवें पातशाह बाला प्रीतम, साहिब गुरु हरकृष्ण साहब जी दे पावन पवित्र इतिहासक स्थान गुरुद्वारा बंगला साहिब तो गुरु की कथा सुन रही सन्मान योग साध संगत जीओ, गुरु की बख्शी फतेह बुलाओ। वाहिगुरु जी का खालसा, वाहिगुरु जी की फतेह। शब्द दे विच सच नाल जुड़न दी गल है, सच नूं हंडाउण दी गल है, सच नूं खाण दी गल है, पहनण दी गल है। भाव की हर पासे सच नूं वेखण दी गल है। ते सच नाल जुड़ना उसे नूं मिलदा जो सच नाल सांझ पाउंदा है। ते सच नाल सांझ पैंदी है गुरु ग्रंथ साहब जी दी गोद च बैठ के, क्योंकि साहिब आप सच ने। सतगुर की बाणी सत सत कर जानो, गुर सिखो हर करता आप मुँह कढ़ाए। कहंदे सतगुरु दी बाणी सच्ची है। ते जे दौड़दे गुरुद्वारे आवांगे, जोड़ा घर च जोड़े जमा कराए, देग भेटा कीती, सामने खड़े हुए अरदास कीती, गुरु नूं अपनी सुनाई, कोई होर कोना लभ्या उत्थे अरदास कीती, सुखासन अस्थान दे सामने खड़े होके अरदास कीती ते निकल गए। कि इउं सच नाल जुड़ना मिलेगा? नहीं, सच नाल जुड़ना ते सच नाल सांझ पा के ही मिलेगा। जे आ गए हो गुरुद्वारे ते कुछ समा टिक के बैठ भी जाओ। जो सच नाल जुड़न दी गल है उन्होंने समझो ते कमाओ। समझ आ जाएगी जीना झूठ है, मरना सच है। समझ आ जाएगी आद सच जुगाद सच, है भी सच नानक होसी भी सच। वो मालक वाहिगुरु हमेशा ही सच है, आरंभ तो हुण भी अगे भी। सच किसनों कहंदे हो? जो कदी नाश नहीं हुंदा। झूठ किसनों कहा जाता है? जो अज नज़र आ रहा कल नहीं होवेगा। चार बंदे रल के किसी गल नूं झूठ नूं सच साबित कर देण, पर झूठ ते झूठ ही रहना है। अज नहीं तो कल पाज उघड़ जाना है। गुरु कृपा करे असी सच नाल जुड़ सकीए, सच नूं समझ सकीए। समझा रहे ने साहिब गुरु ग्रंथ साहब जी, करो कृपा मन जे किते भटक रहा है, मन नूं आवाज़ मारो, मेरे मन परदेसी वे प्यारे आओ घरे। ते एक बारी गज के उच्चारण करो, सतनाम श्री वाहिगुरु। एक बारी फिर आखो, सतनाम श्री वाहिगुरु। श्री राग महला तीजा।
ਸ੍ਰੀ ਰਾਗ ਦੇ ਵਿੱਚ ਮਹਿਲਾ ਤੀਜਾ ਭਾਵ ਕੀ ਸਾਹਿਬ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਹੈ। ਸਾਹਿਬ ਕਹਿੰਦੇ ਸਤਿਗੁਰ ਸੇਵੀਐ ਮਨ ਨਿਰਮਲਾ ਭਏ ਪਵਿੱਤ ਸ਼ਰੀਰ। ਸਤਿਗੁਰੂ ਦਾ ਸਿਮਰਨ ਕਰਨ ਕਰਕੇ, ਸਤਿਗੁਰੂ ਨਾਲ ਜੁੜਨ ਕਰਕੇ ਮਨ ਨਿਰਮਲ ਹੋ ਜਾਂਦਾ ਹੈ। ਹੋਵੇਗਾ ਵੀ ਕਿਉਂ ਨਹੀਂ? ਇਹ ਜਿੱਥੇ ਬੈਠੇ ਹੋ ਨਾ ਤੁਸੀਂ, ਜਿਸ ਗੁਰੂ ਦੀ ਸ਼ਰਨ 'ਚ ਬੈਠੇ ਹੋ, ਇਹ ਆਪ ਪਵਿੱਤਰ ਹੈ। ਇਹਨੂੰ ਕਦੀ ਕੋਈ ਮੈਲਾ ਕਰ ਹੀ ਨਹੀਂ ਸਕਦਾ। ਕੀ ਮੈਲਾ ਹੋਵੇਗਾ? ਕਾਗਜ਼। ਬਾਣੀ ਤੇ ਕਦੀ ਵੀ ਮੈਲੀ ਨਹੀਂ ਹੁੰਦੀ। ਮਾਲਕ ਵਾਹਿਗੁਰੂ ਦਾ ਨਾਮ ਤੇ ਕਦੀ ਵੀ ਮੈਲਾ ਨਹੀਂ ਹੁੰਦਾ। ਗੁਰੂ ਆਪ ਨਿਰਮਲ ਹੈ, ਤੇ ਜਿਹੜਾ ਗੁਰੂ ਦੀ ਗੋਦ 'ਚ ਬੈਠਦਾ ਹੈ, ਗੁਰੂ ਉਹਨੂੰ ਅੰਦਰੋਂ ਧੋ ਕੇ ਨਿਰਮਲ ਕਰ ਦਿੰਦਾ ਹੈ। ਗੁਰ ਦਰਿਆਓ, ਇੱਕ ਦਰਿਆ ਹੈ ਜਿੱਥੇ ਬੈਠੇ ਹੋ। ਗੁਰ ਦਰਿਆਓ ਸਦਾ ਜਲ ਨਿਰਮਲ, ਇੱਥੇ ਸਦਾ ਹੀ ਨਿਰਮਲ ਜਲ ਹੈ। ਮਿਲਿਆ ਦੁਰਮਤ ਮੈਲ ਹਰੇ। ਗੁਰੂ ਨੂੰ ਮਿਲਣ ਕਰਕੇ ਦੁਰਮਤ ਰੂਪੀ ਮੈਲ ਤੋਂ ਛੁਟਕਾਰਾ ਹੋ ਜਾਂਦਾ ਹੈ। ਸਤਿਗੁਰ ਪਾਇਆ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਕਹਿੰਦੇ ਸਤਿਗੁਰੂ ਕੋਲ ਆ ਕੇ ਪੂਰਾ ਨਹਾਵਣਾ ਮਿਲਦਾ ਹੈ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਨਾਲ ਮਰਦਾਨਾ ਜੀ ਨੇ ਪ੍ਰਚਾਰ ਦੌਰੇ ਤੇ ਨਿਕਲੇ, ਤੇ ਇੱਕ ਜੰਗਲ ਵਿੱਚੋਂ ਜਦ ਨਿਕਲੇ ਤੇ ਜੰਗਲ ਦੇ ਕੰਢੇ ਕਿਨਾਰੇ ਤੇ ਵੇਖਿਆ ਇੱਕ ਪਵਿੱਤਰ ਸਰੋਵਰ ਹੈ। ਸਰੋਵਰ ਦੇ ਵਿੱਚ ਬੜਾ ਪਵਿੱਤਰ ਨਿਰਮਲ ਜਲ ਹੈ। ਫੁੱਲ ਖਿੜੇ ਹੋਏ ਨੇ, ਭੰਵਰੇ ਆ ਕੇ ਅਲੌਕਿਕ ਸੰਗੀਤ ਉਤਪੰਨ ਕਰ ਰਹੇ ਨੇ, ਤੇ ਨੇੜੇ ਤੇੜੇ ਦਾ ਮਾਹੌਲ ਇਹੋ ਜਿਹਾ ਹੈ ਕਿ ਮਨ ਕਰਦਾ ਕਿ ਇੱਥੇ ਟਿਕੀਏ। ਸਤਿਗੁਰੂ ਜੀ ਉੱਥੇ ਬੈਠੇ, ਬਾਣੀ ਪੜ੍ਹੀ, ਸਿਮਰਨ ਕੀਤਾ, ਤੇ ਸਮਾਂ ਪਾ ਕੇ ਅੱਗੇ ਤੁਰ ਗਏ। ਸਾਲ ਬੀਤਿਆ, ਵਾਪਸ ਮੁੜੇ, ਤੇ ਫਿਰ ਇਸੇ ਰਾਹ ਤੋਂ ਲੰਘੇ। ਅੱਜ ਵੇਖ ਕੇ ਹੈਰਾਨ ਹੋ ਕੇ ਸਰੋਵਰ ਤੇ ਹੋਈ ਹੈ, ਪਰ ਜਲ ਬਿਲਕੁਲ ਕਾਲਾ ਹੋਇਆ ਪਿਆ, ਬਦਬੂ ਮਾਰ ਰਿਹਾ। ਮੱਛਰ ਤੇ ਡੱਡੂਆਂ ਦਾ ਡੇਰਾ ਹੈ। ਜਿੱਥੇ ਫੁੱਲ ਖਿੜੇ ਹੋਏ ਸੀ ਉੱਥੇ ਗੰਦਗੀ ਹੀ ਗੰਦਗੀ ਹੈ। ਤੇ ਮਨ ਜੁੜਨਾ ਕੀ ਹੈ? ਮਨ ਭੰਗ ਹੋ ਰਿਹਾ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਨੇ ਸਵਾਲ ਕਰ ਦਿੱਤਾ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ। ਇਹ ਸਰੋਵਰ ਜਦ ਪਹਿਲਾਂ ਤੇਰੇ ਕੋਲ ਆਏ ਸਾਂ, ਉਹ ਤੇ ਬੜਾ ਹਰਿਆ ਭਰਿਆ ਸੀ, ਬੜਾ ਪਵਿੱਤਰ ਸੀ, ਸੋਨੇ ਵਾਂਗ ਪਿਓਰ, ਕਵਲਾ ਕੰਚਨ ਵਨ। ਤੇ ਫਿਰ ਫੁੱਲ ਖਿੜੇ ਹੋਏ ਸੀ, ਭੌਰੇ ਆ ਕੇ ਅਲੌਕਿਕ ਸੰਗੀਤ ਉਤਪੰਨ ਕਰਦੇ ਸਨ। ਤੇ ਹੁਣ ਤੂੰ ਕਾਲਾ ਸਿਆਹ ਹੋਇਆ ਪਿਆ ਹੈ, ਅੰਦਰੋਂ ਸੜਿਆ ਪਿਆ ਹੈ, ਬਿਲਕੁਲ ਹੋਇਆ ਕੀ ਹੈ? ਸਰੋਵਰ ਨੇ ਜਵਾਬ ਦਿੱਤਾ, ਸਤਿਗੁਰੂ ਜੀ ਇਹਦੇ 'ਚ ਕਿਸੇ ਹੋਰ ਦਾ ਦੋਸ਼ ਨਹੀਂ ਹੈ, ਦੋਸ਼ ਮੇਰਾ ਹੀ ਹੈ। ਜਿਸ ਪਵਿੱਤਰ ਝਰਨੇ ਤੋਂ ਨਿਤਾ ਪ੍ਰਤੀ ਰੋਜ਼ ਮੇਰੇ ਅੰਦਰ ਪਵਿੱਤਰ ਜਲ ਆਉਂਦਾ ਸੀ, ਵਿੱਚ ਕੋਈ ਪੱਥਰ ਆ ਗਿਆ, ਮੈਂ ਸੰਬੰਧ ਤੋੜ ਬੈਠਾ ਉਸ ਪਵਿੱਤਰ ਝਰਨੇ ਨਾਲ। ਜਾਣਾ ਪਾਣੀ ਨਾ ਲਾਹਾਂ ਜਾਂ ਸੇਤੀ ਮੇਰਾ ਸੰਗ। ਜਿਹਦੇ ਨਾਲ ਮੇਰੀ ਸੰਗਤ ਸੀ, ਜਿੱਥੋਂ ਪਵਿੱਤਰ ਅੰਮ੍ਰਿਤ ਵਰਗਾ ਜਲ ਨਿਤ ਮੇਰੇ ਵੱਲ ਆਉਂਦਾ ਸੀ, ਉਹਦੇ ਨਾਲ ਸੰਬੰਧ ਤੋੜ ਬੈਠਾ, ਤੇ ਹੁਣ ਕਾਲਾ ਸਿਆਹ ਹੋ ਗਿਆ, ਬਦਬੂ ਮਾਰ ਰਿਹਾ ਹਾਂ। ਹਾਲਤ ਸਾਡੀ ਵੀ ਇਹੀ ਹੈ। ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਪਵਿੱਤਰ ਸਰੋਵਰ ਨਾਲ, ਗੁਰੂ ਨਾਲ, ਦਰਿਆ ਨਾਲ ਆਪਣਾ ਰੋਜ਼ ਦਾ ਸੰਬੰਧ ਜੋੜ ਕੇ ਰੱਖਦੇ ਹਾਂ। ਸਾਲਾਂ ਤੋਂ ਦਾਸ ਵੇਖ ਰਿਹਾ ਸਾਹਮਣੇ, ਵੀਰ ਜੀ ਕਥਾ ਸੁਣਨ ਰੋਜ਼ ਦੀ ਹਾਜ਼ਰੀ ਹੈ। ਤੇ ਬਜ਼ੁਰਗ 20-22 ਸਾਲ ਤੋਂ ਜ਼ਿਆਦਾ, ਕੋਈ 26-27 ਸਾਲ ਹੋ ਗਿਆ ਮੈਨੂੰ ਵੀ ਵੇਖਦਿਆਂ, ਵੀ ਇਉਂ ਚੌਂਕੜਾ ਮਾਰ ਕੇ ਇੱਥੇ ਵੀ ਵੇਖਦਾ ਰਿਹਾ ਐਜ਼ ਏ ਹੈਡ ਗ੍ਰੰਥੀ। ਸੀਸਗੰਜ ਸਾਹਿਬ ਵੀ ਵੇਖਦਾ, ਕੁਝ ਪਿਆਰੇ ਐਸੇ ਨੇ ਜੋ ਆ ਕੇ
ਕੀਰਤਨ ਵੀ ਸੁਣਨਗੇ ਤੇ ਚੌਂਕੜਾ ਮਾਰ ਕੇ ਪੂਰੀ ਕਥਾ ਸੁਣ ਕੇ ਜਾਣਗੇ। ਤੇ ਕੀਰਤਨ ਕਥਾ ਰਾਹੀਂ ਜਦ ਅੰਦਰ ਬਾਣੀ ਉਤਰੇਗੀ, ਬਾਣੀ ਦਾ ਕੰਮ ਹੈ ਮੈਲ ਨੂੰ ਧੋਣਾ, ਅੰਦਰ ਨੂੰ ਨਿਰਮਲ ਕਰਨਾ। ਪਾਣੀ ਬਾਹਰ ਦੀ ਮੈਲ ਧੋਂਦਾ, ਬਾਣੀ ਅੰਦਰ ਦੀ ਮੈਲ ਧੋਂਦੀ ਹੈ। ਰੋਜ਼ ਹੀ ਤੇ ਪੜ੍ਹਦੇ ਹਾਂ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਤੇ ਬਾਹਰ ਦਾ ਉਦਾਹਰਣ, ਜੇ ਬੰਦਾ ਟਾਇਲਟ ਬਾਥਰੂਮ ਵਿੱਚ ਜਾ ਕੇ ਇਸ਼ਨਾਨ ਹੀ ਨਾ ਕਰੇ, ਬਾਥਰੂਮ ਤੋਂ ਸੰਬੰਧ ਹੀ ਤੋੜ ਲਵੇ, ਤੇ ਹਾਲਤ ਕੀ ਹੋ ਜਾਵੇਗੀ? ਗੰਦਗੀ ਦਾ ਢੇਰ ਹੋ ਜਾਵੇਗਾ ਨਾ, ਬਦਬੂ ਮਾਰਨ ਲੱਗ ਜਾਵੇਗਾ। ਬੱਚੇ ਪਤਨੀ ਤੱਕ ਵੀ ਨੇੜੇ ਨਹੀਂ ਲੱਗਣਗੇ, ਕੋਈ ਗੁਆਂਢੀ ਨੇੜੇ ਨਹੀਂ ਆਉਣਾ ਚਾਹੇਗਾ, ਬਦਬੂ ਮਾਰ ਰਿਹਾ ਹੈ। ਪਰ ਰੋਜ਼ ਜਿਹੜਾ ਬੰਦਾ ਨਹਾਉਂਦਾ ਹੈ ਉਹਦੇ ਕੋਲ ਲੋਕ ਬੈਠਦੇ ਨੇ, ਪਰ ਅੰਦਰ ਜੇ ਗੰਦਾ ਹੋਵੇ, ਬਾਹਰੋਂ ਬੇਸ਼ੱਕ ਕੋਈ ਵੇਖ ਨਾ ਸਕੇ ਪਰ ਮਹਿਸੂਸ ਹੋ ਜਾਂਦਾ ਹੈ। ਉਹਦੇ ਵੈਰ ਵਿਰੋਧ ਨਾਲ, ਉਹਦੀ ਸੋਚਣੀ ਨਾਲ, ਉਹਦੇ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ ਕਿ ਅੰਦਰ ਗੰਦ ਹੈ, ਅੰਦਰ ਗੰਦਗੀ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੈ ਦੁਰਗੰਧ। ਉਹ ਦੁਰਗੰਧ ਆਉਂਦੀ ਹੈ। ਤੁਸੀਂ ਕਹੋਗੇ ਵੀ ਉਹ ਤੇ ਰੋਜ਼ ਹੀ ਬ੍ਰਸ਼ ਨਾਲ ਮੂੰਹ ਸਾਫ਼ ਕਰਦਾ ਹੈ, ਕਈ ਪ੍ਰਕਾਰ ਦੇ ਮਾਊਥ ਫਰੈਸ਼ਨਰ ਵਰਤਦਾ ਹੈ, ਬਦਬੂ ਕਿੱਥੇ ਹੈ? ਅਸਲ ਵਿੱਚ ਕੌੜਾ ਬੋਲਣਾ, ਗੰਦਾ ਬੋਲਣਾ, ਇਹ ਬਦਬੂ ਹੈ। ਸਾਹਿਬ ਕਹਿੰਦੇ ਉਹਦਾ ਸਰੀਰ ਨਿਰਮਲ ਹੋ ਜਾਂਦਾ ਬਿਲਕੁਲ। ਕਿਸ ਦਾ? ਜੋ ਸਤਿਗੁਰੂ ਦੇ ਰਾਹੀਂ ਮਾਲਕ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੁੜਦਾ ਹੈ। ਅੱਜ ਦੀ ਇਹ ਵਿਚਾਰ ਕਹਿ ਰਹੀ, ਸਤਿਗੁਰ ਸੇਵੀਐ ਮਨ ਨਿਰਮਲਾ, ਮਨ ਨਿਰਮਲ ਹੋ ਗਿਆ। ਭਏ ਪਵਿੱਤ ਸਰੀਰ, ਕਹਿੰਦੇ ਉਹ ਸਰੀਰ ਪਵਿੱਤਰ ਹੋ ਗਿਆ ਜੋ ਗੁਰੂ ਨਾਲ ਜੁੜ ਗਿਆ। ਹੁਣ ਸਰੀਰ ਪਵਿੱਤਰ ਕਿਸ ਤਰ੍ਹਾਂ ਹੋ ਗਿਆ? ਸਾਹਿਬ ਕਹਿੰਦੇ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਸਰੀਰ ਧਰਮ ਹੈ। ਸਰੀਰ ਧਰਮ ਕਿਸ ਤਰ੍ਹਾਂ ਹੋ ਗਿਆ? ਸਰੀਰ ਨੂੰ ਤੇ ਜਜਰੀ ਕਿਹਾ ਜਾਂਦਾ ਹੈ, ਕੂੜ ਕਿਹਾ ਜਾਂਦਾ ਹੈ, ਮਿੱਟੀ ਦਾ ਢੇਰ ਵੀ ਕਿਹਾ ਜਾਂਦਾ ਹੈ। ਇੱਥੇ ਤੱਕ ਕਿ ਸਰੀਰ ਨੂੰ ਪਾਪੀ ਵੀ ਕਹਿ ਦਿੱਤਾ। ਆਪਾਂ ਪੜ੍ਹਦੇ ਹਾਂ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾ ਪਾਇਆ ਘਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆਂ। ਕਹਿੰਦੇ ਪਾਪੀ ਸਰੀਰ, ਪਾਪੀ ਸਿਉ ਤਨ ਗੱਡਿਆਂ, ਤੁਕਾਂ ਪਈਆਂ ਤਿੱਤ। ਇੰਨੀ ਪਵਿੱਤਰ ਵਸਤੂਆਂ ਅੰਦਰ ਗਈਆਂ, ਪਰ ਇਸ ਪਾਪੀ ਸਰੀਰ ਨਾਲ ਸੰਗਤ ਕਰਨ ਕਰਕੇ ਉਹਨਾਂ ਦੀ ਹਾਲਤ ਐਸੀ ਹੋ ਜਾਂਦੀ ਕਿ ਲੋਕ ਥੁੱਕਦੇ ਨੇ। ਤੇ ਸਰੀਰ ਨੂੰ ਪਾਪੀ ਵੀ ਕਹਿ ਦਿੱਤਾ, ਪਰ ਦੂਜੇ ਪਾਸੇ ਧਰਮ ਵੀ ਕਹਿ ਰਹੇ ਨੇ। ਕਿ ਸਤਿਗੁਰੂ ਆਪਣੀ ਗੱਲ ਤੋਂ ਆਪ ਮੁਨਕਰ ਹੋ ਰਹੇ ਨੇ? ਨਹੀਂ, ਐਸੀ ਗੱਲ ਨਹੀਂ। ਸਤਿਗੁਰੂ ਕਹਿੰਦੇ ਦੋ ਪੱਖ ਨੇ ਹਰ ਗੱਲ ਦੇ। ਇਹ ਸਰੀਰ ਧਰਮ ਵੀ ਹੈ, ਪਰ ਸੋਚਣਾ ਧਰਮੀ ਕਿਉਂ ਹੈ ਤੇ ਪਾਪੀ ਕਿਉਂ ਹੈ? ਜੇ ਕੇਵਲ ਔਗੁਣਾ ਨਾਲ ਜੁੜੇਗਾ ਪਾਪੀ ਹੈ, ਜੇ ਗੁਣ ਗ੍ਰਹਿਣ ਕਰੇਗਾ ਤੇ ਧਰਮੀ ਹੈ। ਧਰਮੀ ਕੌਣ ਹੈ? ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ, ਪਰ ਸਿਰ ਨਾ ਦਿਆ। ਧਰਮ ਦੀ ਰੱਖਿਆ ਲਈ, ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਗੁਰੂ ਨੇ ਆਪਣਾ ਸੀਸ ਤੱਕ ਦੇ ਦਿੱਤਾ। ਗੁਰੂ ਨੇ ਉਹ ਮੌਕੇ ਆਏ, ਗੁਰੂ ਨਾਨਕ ਦੇਵ ਸਾਹਿਬ ਜੀ ਨੇ 20 ਰੁਪਏ ਦਾ ਸੱਚਾ ਸੌਦਾ, ਆਪਣੇ ਮੂੰਹ ਦੀ ਬੁਰਕੀ ਵੀ ਦੂਜਿਆਂ ਦੇ ਮੂੰਹ 'ਚ ਪਾ ਦਿੱਤੀ। ਧਰਮੀ ਕੌਣ ਹੈ? ਜੋ ਦੂਜੇ ਦੀ ਬੁਰਕੀ ਖੋਂਦਾ ਨਹੀਂ ਹੈ, ਆਪਣੇ ਮੂੰਹ ਦੀ ਬੁਰਕੀ ਵੀ ਦੂਜੇ ਦੇ ਮੂੰਹ 'ਚ ਪਾਉਣ ਦੀ ਜੁਰਤ ਰੱਖਦਾ ਹੈ। ਉਸੇ ਨੂੰ ਤੇ ਭਗਤ ਕਿਹਾ ਨਾ, ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਕੋ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਹੁੰਦਿਆਂ ਸੁੰਦਿਆਂ ਤੇ ਹਰ ਕੋਈ ਲੰਗਰ ਲਾ ਦਿੰਦਾ ਹੈ, ਪਰ ਹੋਵੇ ਵੀ ਆਪਣੇ ਜੋਗਾ ਤੇ ਵੰਡ ਕੇ ਖਾ ਲਵੇ। ਇਹ ਸਿੰਘਾਂ ਨੇ ਪੂਰਨੇ ਪਾਏ, ਜਦ ਸਿੰਘਾਂ ਦਾ ਪੱਤਾ ਪੱਤਾ ਵੈਰੀ ਹੁੰਦਾ ਸੀ। ਜੰਗਲਾਂ 'ਚ ਘੋੜਿਆਂ ਦੀ ਕਾਠੀ ਤੇ ਹੀ ਹਰ ਵੇਲੇ ਬੈਠਣਾ ਹੁੰਦਾ ਸੀ, ਵਿਚਰਨਾ ਹੁੰਦਾ ਸੀ। ਤੇ ਰਸਦ ਕਦੀ ਆਉਂਦੀ ਸੀ, ਪੁੱਜਦੀ ਸੀ, ਕਦੀ ਨਹੀਂ ਪੁੱਜਦੀ ਸੀ। ਪਰ ਜਿੰਨੀ ਕੁ ਰਸਦ ਹੁੰਦੀ ਸੀ,
ਜੇ ਲੰਗਰ ਤਿਆਰ ਕੀਤਾ ਜਾਂਦਾ ਸੀ ਤੇ ਉਦੋਂ ਵੀ ਹੋਕਾ ਮਾਰਿਆ ਜਾਂਦਾ ਸੀ ਕਿ ਕੋਈ ਭੁੱਖਾ ਪਿਆਸਾ ਤੇ ਨਹੀਂ ਹੈ, ਆਵੇ ਨਾਲ ਰਲ ਕੇ ਲੰਗਰ ਛਕ ਲਵੇ, ਦੁਸ਼ਮਣ ਵੀ ਭਾਵੇਂ ਕਿਉਂ ਨਾ ਹੋਵੇ, ਉਹਨੂੰ ਵੀ ਛਕਾ ਦਿੱਤਾ ਜਾਂਦਾ ਸੀ। ਜੋ ਦਾਸ ਅਰਜ਼ ਕਰ ਰਿਹਾ ਸੀ ਕਿ ਸਰੀਰ ਧਰਮੀ ਕਿਉਂ ਹੈ, ਕਿਉਂਕਿ ਇਹਦੇ ਜਿਤਨੇ ਵੀ ਅੰਗ ਨੇ ਨਾ, ਇਹ ਦੂਜੇ ਲਈ ਕੰਮ ਕਰ ਰਹੇ ਨੇ, ਦੂਜੇ ਦੇ ਕੰਮ ਆ ਰਹੇ ਨੇ। ਧਰਮੀ ਕੌਣ ਹੈ? ਜੋ ਦੂਜੇ ਲਈ ਜੀਂਦਾ, ਆਪਣੇ ਲਈ ਤੇ ਹਰ ਕੋਈ ਜੀ ਲੈਂਦਾ। ਇਹ ਸਰੀਰ ਸਭ ਧਰਮ ਹੈ। ਇਹ ਧਰਮ ਕਿਸ ਤਰ੍ਹਾਂ ਹੈ? ਅੱਖਾਂ ਧਰਮੀ ਨੇ, ਜਦ ਤੱਕ ਪੈਰ ਤੁਰਦੇ ਨੇ ਅੱਖਾਂ ਵੇਖਦੀਆਂ ਰਹਿੰਦੀਆਂ ਨੇ ਕਿ ਕਿਤੇ ਪੈਰਾਂ ਨੂੰ ਠੇਡਾ ਨਾ ਲੱਗ ਜਾਵੇ। ਅੱਖਾਂ ਆਪਣੇ ਲਈ ਥੋੜਾ ਵੇਖ ਰਹੀਆਂ ਨੇ, ਪੈਰ ਆਪਣੇ ਲਈ ਥੋੜਾ ਤੁਰ ਰਹੇ ਨੇ। ਵਤਨ ਪਰਉਪਕਾਰ ਨੂੰ ਕਰ ਪਾਰ ਵਸਾਉਂਦੇ, ਇਹ ਕਿਤੇ ਦਾ ਕਿਤੇ ਪਹੁੰਚਾ ਦਿੰਦੇ ਨੇ। ਇਹ ਪੈਰ ਇਹ ਸਰੀਰ ਨੂੰ ਮੰਜ਼ਿਲਾਂ ਤੱਕ ਪਹੁੰਚਾਉਂਦੇ ਨੇ। ਇਹ ਹੱਥ ਕਿਤੇ ਆਪਣੇ ਲਈ ਕਰ ਰਹੇ ਨੇ ਸਭ ਕੁਝ। ਇਹ ਕੁਹਾੜੇ ਚੁੱਕ ਚੁੱਕ ਕੇ, ਕਲਮਾਂ ਚੁੱਕ ਚੁੱਕ ਕੇ ਜੋ ਆਫਿਸ ਵਿੱਚ ਕੰਮ ਕਰਨ, ਕਿਤੇ ਕਰਨ, ਕਿਤੇ ਆਪਣੇ ਲਈ। ਹੱਥ ਤੇ ਖਾਲੀ ਰਹਿ ਜਾਂਦੇ ਨੇ, ਬੁਰਕੀ ਤੇ ਮੂੰਹ ਵਿੱਚ ਜਾਂਦੀ ਹੈ। ਸਰੀਰ ਲਈ ਕਰ ਰਹੇ ਨੇ ਸਭ ਕੁਝ, ਸਰੀਰ ਦੇ ਹੋਰ ਅੰਗਾਂ ਲਈ ਕਰ ਰਹੇ ਨੇ, ਪਰਿਵਾਰ ਲਈ ਕਰ ਰਹੇ ਨੇ। ਇਹ ਹੱਥ ਧਰਮੀ ਨੇ। ਕੰਨ ਕਿਤੇ ਆਪਣੇ ਲਈ ਸੁਣ ਰਹੇ ਨੇ, ਕੰਨ ਰਸਨਾ ਲਈ ਸੁਣਦੇ ਨੇ। ਐ ਸਰਮਣੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਗੁਰੂ ਅਮਰਦਾਸ ਸਾਹਿਬ ਜੀ ਦਾ ਹੀ ਸ਼ਬਦ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਆਨੰਦ ਸਾਹਿਬ ਵਿੱਚ ਬਚਨ ਨੇ ਕਿ ਰਸਨਾ, ਇਹ ਕੰਨ ਰਸਨਾ ਲਈ ਸੁਣਦੇ ਨੇ। ਜੇ ਬੱਚਾ ਜਨਮ ਲੈਂਦਾ ਹੈ, ਉਹਨੂੰ ਸੁਣਨ ਨੂੰ ਕੁਝ ਨਾ ਮਿਲੇ ਤੇ ਬੋਲ ਵੀ ਨਹੀਂ ਪਾਵੇਗਾ। ਉਹਨੂੰ ਜ਼ਿੰਦਗੀ ਭਰ ਕਿਸੇ ਭੋਰੇ 'ਚ, ਕਿਸੇ ਬੇਸਮੈਂਟ 'ਚ ਰੱਖ ਦਿਓ, ਖਾਣਾ ਕੱਪੜਾ ਦਿੰਦੇ ਰਹੋ, ਬੋਲੋ ਨਾ ਉਹਦੇ ਨਾਲ, ਤੇ ਉਹਨੂੰ ਬੋਲ ਮਿਲਣਗੇ ਹੀ ਨਹੀਂ, ਰਸਨਾ ਬੋਲ ਹੀ ਨਹੀਂ ਸਕੇਗੀ। ਇਹ ਕੰਨ ਆਪਣੇ ਲਈ ਨਹੀਂ ਸੁਣ ਰਿਹਾ, ਧਰਮੀ ਨੇ। ਫਿਰ ਰਸਨਾ ਵੀ ਆਪਣੇ ਲਈ ਨਹੀਂ ਬੋਲ ਰਹੀ। ਇਸ ਪੂਰੇ ਸਰੀਰ ਦਾ ਸੰਬੰਧ ਸੰਸਾਰ ਨਾਲ ਜੁੜੇ। ਮੁੱਕਦੀ ਗੱਲ ਕਿ ਸਰੀਰ ਦਾ ਹਰ ਇੱਕ ਅੰਗ ਦੂਜੇ ਲਈ ਜੀ ਰਿਹਾ ਹੈ, ਦੂਜੇ ਲਈ ਕਰ ਰਿਹਾ ਹੈ। ਇਸ ਕਰਕੇ ਹਰ ਇੱਕ ਅੰਗ ਧਰਮੀ ਹੈ, ਧਰਮ ਹੈ। ਪਰ ਜੇ ਕਿਤੇ ਮਨ ਦੇ ਪਿੱਛੇ ਤੁਰ ਕੇ ਇਹ ਸਰੀਰਕ ਅੰਗ ਅਧਰਮੀ ਬਣ ਜਾਂਦੇ ਨੇ ਤੇ ਫਿਰ ਵਿਕਾਰੀ ਹੋ ਜਾਂਦੇ ਨੇ। ਅੱਜ ਦੇ ਸ਼ਬਦ ਵਿੱਚ ਹੀ ਤੁਸੀਂ ਸੁਣੋਗੇ, ਜਦ ਅੱਗੇ ਚੱਲ ਕੇ ਸਾਹਿਬ ਕਹਿਣਗੇ ਕਿ ਵੇਖਣਾ ਵੀ ਸੱਚ ਹੈ, ਸੁਣਨਾ ਵੀ ਸੱਚ ਹੈ, ਤੇ ਸਾਹਿਬ ਉਹੀ ਗੱਲ ਸਮਝਾ ਰਹੇ ਨੇ ਕਿ ਮਨ ਦੇ ਪਿੱਛੇ ਤੁਰ ਕੇ ਕਿਤੇ ਇਹ ਅਧਰਮੀ ਹੁੰਦੇ ਨੇ ਅੰਗ। ਨਹੀਂ ਤੇ ਵਾਹਿਗੁਰੂ ਨੇ ਤੇ ਧਰਮੀ ਬਣਾ ਕੇ ਐਸੀ ਜੀਵਨ ਜੁਗਤ ਦਿੱਤੀ ਹੈ ਕਿ ਪੂਰਾ ਸਰੀਰ ਹੀ ਧਰਮੀ ਬਣਾਇਆ ਹੈ, ਤੇ ਵਿੱਚ ਜੋਤ ਟਿਕਾ ਦਿੱਤੀ ਹੈ। ਗੁਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਅੰਦਰ ਤੇ ਬੜੇ ਗੁਣ ਭਰੇ ਹੋਏ ਨੇ। ਕੋਈ ਗੁਰਮੁਖ ਬੰਦਾ ਉਹਨਾਂ ਗੁਣਾਂ ਨਾਲ ਸਾਂਝ ਪਾਉਂਦਾ ਹੈ। ਤੁਸੀਂ ਦੇਖੋ, ਸਰੀਰਕ ਅੰਗ ਸਾਰੇ 2 ਦੀ ਗਿਣਤੀ 'ਚ ਨੇ, ਪਰ 2 ਹੁੰਦਿਆਂ ਹੋਇਆਂ 1 ਨੇ। ਅੱਖਾਂ 2 ਨੇ, ਪਰ ਜੋ ਇੱਕ ਅੱਖ ਵੇਖ ਰਹੀ, ਦੂਜੀ ਵੀ ਉਹੀ ਵੇਖ ਰਹੀ। ਕੋਈ ਵਿਰੋਧ ਨਹੀਂ ਹੈ ਕਿ ਮੈਂ ਗੁਰੂ ਦੇ ਦਰਸ਼ਨ ਕਰਾਂ ਤੇ ਦੂਜੀ ਕਵੇ ਮੈਂ ਕੁਝ ਹੋਰ ਵੇਖਾਂ। ਕੁਝ ਨਹੀਂ ਵੇਖਿਆ ਜਾ ਸਕੇਗਾ। ਇੱਕ ਕੰਨ ਜੋ ਸੁਣ ਰਿਹਾ, ਦੂਜਾ ਆਪਣੇ ਆਪ ਸੁਣ ਰਿਹਾ। ਇੱਕ ਪੈਰ ਗੁਰਦੁਆਰੇ ਵੱਲ ਤੁਰਿਆ, ਦੂਜਾ ਆਪੇ ਤੁਰ ਪੈਂਦਾ। ਉਹ ਨਹੀਂ ਕਹਿੰਦਾ ਮੈਂ ਸ਼ਰਾਬਖਾਨੇ ਜਾਣਾ, ਤੇ ਜੇ ਸ਼ਰਾਬਖਾਨੇ ਵੱਲ ਤੁਰਿਆ ਇੱਕ ਪੈਰ, ਤੇ ਦੂਜਾ ਆਪੇ ਤੁਰ ਪੈਂਦਾ। ਭਾਵੇਂ ਮਾੜੇ ਪਾਸੇ, ਭਾਵੇਂ ਚੰਗੇ ਪਾਸੇ। 2 ਦੀ ਗਿਣਤੀ 'ਚ ਹੁੰਦਿਆਂ ਹੋਇਆਂ ਇੱਕ ਨੇ। ਇੱਕ ਹੱਥ ਜੋ ਬਣਾ ਰਿਹਾ, ਦੂਜਾ ਮਦਦ ਕਰ ਰਿਹਾ। ਇੱਕ ਬਣਾਉਂਦਾ ਜਾਵੇ, ਦੂਜਾ ਮਿਟਾਉਂਦਾ ਜਾਵੇ, ਕੁਝ ਵੀ ਨਹੀਂ ਬਣ ਸਕੇਗਾ। ਸਾਹਿਬ ਕਹਿੰਦੇ ਸਰੀਰ ਦੇ ਸਾਰੇ ਅੰਗ 2 ਦੀ ਗਿਣਤੀ 'ਚ ਹੁੰਦਿਆਂ 1 ਨੇ। ਅਫਸੋਸ ਮਨ 1 ਹੁੰਦਿਆਂ ਹੋਇਆਂ ਵੀ 2 ਹੈ, ਦੁਵਿਧਾ ਵਿੱਚ ਹੈ। ਹੁਣ ਕੁਝ ਹੋਰ ਹੈ, ਥੋੜੀ ਦੇਰ ਬਾਅਦ ਕੁਝ ਹੋਰ ਹੋ ਜਾਵੇਗਾ। ਮਨ ਚੰਚਲ ਧਾਵੈ ਦਹਿ ਦਿਸ ਜਾਏ। ਮਨ ਕਿਉਂ ਦੁਵਿਧਾ ਵਿੱਚ ਹੈ? ਕਿਉਂਕਿ ਨਿਰਮਲ ਨਹੀਂ ਹੈ। ਨਿਰਮਲ ਜਲ
ਟਿਕ ਜਾਂਦਾ ਹੈ। ਸਾਹਿਬ ਕਹਿੰਦੇ ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ। ਸਰੀਰ ਦੇ ਸਾਰੇ ਅੰਗ ਪਵਿੱਤਰ ਹੋ ਜਾਂਦੇ ਨੇ। ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ। ਮਨ ਆਨੰਦ ਨਾਲ ਭਰ ਗਿਆ। ਕਦ ਭਰ ਗਿਆ? ਜਦ ਗਹਿਰ ਗੰਭੀਰ ਮਾਲਕ ਵਾਹਿਗੁਰੂ ਮਿਲ ਪਿਆ। ਗੁਰੂ ਦੇ ਰਾਹੀਂ ਉਸ ਵਾਹਿਗੁਰੂ ਨਾਲ ਸਾਂਝ ਪਈ ਤੇ ਮਨ ਦਾ ਆਨੰਦ ਮਿਲ ਗਿਆ। ਆਨੰਦ ਕੀ ਹੈ? ਅੰਦਰ ਦਾ ਸੁੱਖ। ਇੱਕ ਵਾਰੀ ਮਿਲ ਜਾਵੇ ਫਿਰ ਬਦਲਦਾ ਨਹੀਂ। ਇੱਕ ਵਾਰੀ ਬੇਨਤੀ ਕੀਤੀ ਸੀ ਕਿ ਬਾਹਰ ਦੇ ਸੁੱਖ ਦੁਨੀਆ ਦੇ ਦੁਕਾਨਾਂ ਤੋਂ ਖਰੀਦੇ ਜਾ ਸਕਦੇ ਨੇ, ਪਰ ਇਹ ਨਿੱਤ ਬਦਲਦੇ ਨੇ। ਇਹ ਸਰੀਰ ਨੂੰ ਰੋਗੀ ਬਣਾਉਂਦੇ ਨੇ, ਮਾਰਦੇ ਵੀ ਨੇ। ਪਰ ਅੰਦਰ ਦਾ ਸੁੱਖ ਇੱਕ ਵਾਰੀ ਮਿਲ ਜਾਵੇ ਕਦੀ ਨਹੀਂ ਬਦਲਦਾ। ਇਹ 에ਅਰ ਕੰਡੀਸ਼ਨ ਜੋ ਮਹੀਨਾ ਪਹਿਲਾਂ ਸਾਨੂੰ ਸੁੱਖ ਦੇ ਰਹੇ ਸਨ, ਅੱਜ ਚਲਾਓ ਦੁੱਖ ਦੇਣਗੇ। ਮੌਸਮ ਬਦਲਿਆ, ਸੁੱਖ ਬਦਲ ਗਏ। ਜਗ੍ਹਾ ਬਦਲਦੀ ਸੁੱਖ ਬਦਲ ਜਾਂਦੇ ਨੇ। ਜੋ ਅਰਬ ਦੇਸ਼ਾਂ ਦੇ ਵਿੱਚ ਏਸੀ 에ਅਰ ਕੰਡੀਸ਼ਨ ਸੁੱਖ ਦੇ ਰਹੇ ਨੇ, ਯੂਰਪ ਦੇ ਵਿੱਚ ਚਲਾਓ ਦੁੱਖ ਦੇਣਗੇ। ਉੱਥੇ ਪਹਿਲਾਂ ਹੀ ਠੰਡ ਪੈ ਰਹੀ ਆ। ਜੋ ਉੱਥੇ ਹੀਟਰ ਸੁੱਖ ਦੇ ਰਹੇ ਨੇ, ਅਰਬ ਦੇਸ਼ਾਂ 'ਚ ਚਲਾਓਗੇ ਦੁੱਖ ਦੇਣਗੇ। ਜਗ੍ਹਾ ਬਦਲੀ, ਸੁੱਖ ਬਦਲ ਗਿਆ। ਸੁਭਾਵ ਬਦਲੇ ਤਾਂ ਸੁੱਖ ਬਦਲ ਜਾਂਦੇ ਨੇ। ਇਹ ਬਾਹਰ ਦੇ ਸੁੱਖ ਨਿੱਤ ਬਦਲਦੇ ਨੇ, ਪਰ ਅੰਦਰ ਦਾ ਸੁੱਖ ਕਦੀ ਨਹੀਂ ਬਦਲਦਾ, ਨਾ ਹੀ ਮਾਰਦਾ ਹੈ। ਤੁਸੀਂ ਦੇਖੋ ਹਲਵਾਈ ਦੀ ਦੁਕਾਨ ਦੇ ਸਾਹਮਣੇ ਨਾ ਮਿੱਠਾ ਘੋਲ ਕੇ ਚਾਸ਼ਨੀ ਰੱਖੀ ਜਾਂਦੀ ਹੈ। ਕੋਈ ਮੱਖੀ ਉਹਦੇ ਉੱਤੇ ਬੈਠੇ, ਉਹਦੇ ਪੈਰ ਫਸ ਜਾਂਦੇ ਨੇ, ਡੁੱਬੀ ਉਹਦੀ ਮੌਤ ਹੈ। ਇਹ ਵੀ ਮਿੱਠਾ ਪਰ ਮੱਖੀ ਨੂੰ ਮਾਰ ਦਿੰਦਾ। ਪਰ ਦੂਜੇ ਪਾਸੇ ਸ਼ਹਿਦ ਦੀ ਮੱਖੀ, ਕਦੀ ਵੇਖੋ ਸ਼ਹਿਦ ਉੱਤੇ ਬੈਠਦੀ, ਅੰਦਰ ਤੱਕ ਜਾਂਦੀ ਹੈ, ਡੁੱਬ ਜਾਂਦੀ ਹੈ, ਫਿਰ ਬਾਹਰ ਨਿਕਲ ਆਉਂਦੀ ਹੈ। ਹੋਰ ਕਿਸੇ ਕਾਰਨ ਨਾਲ ਮਰ ਜਾਵੇ, ਸ਼ਹਿਦ ਉਹਨੂੰ ਨਹੀਂ ਮਾਰਦਾ। ਸ਼ਹਿਦ ਕਿਉਂ ਮਾਰੇਗਾ? ਸ਼ਹਿਦ ਤੇ ਉਹਦੇ ਅੰਦਰ ਦਾ ਸੁੱਖ ਹੈ, ਉਹਦੇ ਅੰਦਰੋਂ ਪੈਦਾ ਹੋਇਆ ਹੈ। ਸਾਹਿਬ ਕਹਿੰਦੇ ਜਿਸ ਦਿਨ ਆਨੰਦ ਤੇਰੇ ਅੰਦਰੋਂ ਪੈਦਾ ਹੋ ਗਿਆ ਨਾ, ਉਹ ਫਿਰ ਤੈਨੂੰ ਨਹੀਂ ਮਾਰੇਗਾ। ਉਹ ਫਿਰ ਦੁੱਖ ਨਹੀਂ ਦੇਵੇਗਾ, ਦੁਖੀ ਨਹੀਂ ਕਰੇਗਾ। ਉਹ ਆਨੰਦ ਤੇਰੇ ਗੁਰੂ ਕੋਲ ਸੀ। ਆਨੰਦਪੁਰ ਵਾਸੀ, ਆਨੰਦਪੁਰ ਦੇ ਮਾਲਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ। ਜੇ ਆਨੰਦਪੁਰ ਵਸਦਾ ਰਸਦਾ ਹੈ ਤਾਂ ਵੀ ਉਹੀ ਆਨੰਦ ਹੈ। ਤੇ ਜੇ ਪਰਿਵਾਰ ਵਿਛੋੜਾ ਹੋ ਗਿਆ, ਕੁਝ ਵੀ ਕੋਲ ਨਹੀਂ ਰਹਿ ਗਿਆ, ਮਾਛੀਵਾੜਾ ਦਾ ਜੰਗਲ, ਪੈਰਾਂ 'ਚ ਜੋੜੇ ਨਹੀਂ ਨੇ, ਚੋਲਾ ਲੀਰੋ ਲੀਰ ਹੈ, ਸੀਸ ਉੱਤੇ ਦਸਤਾਰ ਨਹੀਂ, ਕੇਵਲ ਕੇਸਕੀ ਹੈ, ਪੁੰਜੇ ਸੁੱਤੇ ਨੇ, ਪਰ ਆਨੰਦ ਤੇ ਉਹੀ ਹੈ। ਇਹ ਆਨੰਦ ਨਹੀਂ ਟੁੱਟਦਾ ਭੱਜਦਾ। ਤੇ ਸਾਹਿਬ ਕਹਿੰਦੇ ਨੇ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ। ਇਹ ਆਨੰਦ ਸਮਝ ਆਉਂਦਾ ਸੱਚੀ ਸੰਗਤ 'ਚ ਬੈਠ ਕੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਦੀ ਸੰਗਤ ਕਰੋਗੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਪਰ ਕਰੀਏ ਕਿ ਝੂਠ ਨਾਲ ਸਾਂਝ ਹੈ। ਫਿਲਮ ਦੇਖਣ ਜਾਓ, ਬੈਠੇ ਨੇ 3-3 ਘੰਟੇ ਦੁਕਾਨ ਤੇ, ਕਿਸੇ ਵੈਸੇ ਚਲੇ ਗਏ, ਬੈਠ ਗਏ ਘੰਟਿਆਂ ਬੱਧੀ, ਕਿਸੇ ਨਾਲ ਝੂਠ ਦੀ ਗੱਲ, ਨਿੰਦਾ ਚੁਗਲੀ, ਉੱਠਣ ਦਾ ਮਨ ਹੀ ਨਹੀਂ ਕਰਦਾ, ਚਸਕਾ ਰਸ ਐਸਾ ਪੈ ਗਿਆ। ਪਰ ਜੇ ਕਿਤੇ ਗੁਰਦੁਆਰੇ ਬੈਠਣਾ ਹੋਵੇ ਤੇ 5-10 ਮਿੰਟ ਵੀ ਬੰਦਾ ਔਖਾ ਹੋ ਕੇ ਬੈਠਦਾ, ਹੁਣੇ ਤੁਰਾਂ ਹੁਣੇ ਤੁਰਾਂ, ਮਨ ਕਹਿੰਦਾ ਬੈਠਣ ਕਿਸ ਤਰ੍ਹਾਂ ਦਿਆਂਗਾ ਤੈਨੂੰ। ਸਾਹਿਬ ਕਹਿੰਦੇ ਨੇ ਕਿ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ। ਸੱਚੀ ਸੰਗਤ 'ਚ ਬੈਠੋਗੇ, ਸੱਚ ਨਾਲ ਸਾਂਝ ਪਏਗੀ, ਮਨ ਨੂੰ ਧੀਰਜ ਮਿਲੇਗਾ। ਮਨ ਰੇ ਸਤਿਗੁਰ ਸੇਵ ਨਿਸੰਗ। ਐ ਮੇਰੇ ਮਨ, ਤੂੰ ਸ਼ਰਮ ਛੱਡ ਕੇ ਨਿਸੰਗ ਹੋ ਕੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਜਾ। ਸਤਿਗੁਰ ਸੇਵੀਆਂ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਸੋਚ ਰਿਹਾ ਸਾਂ ਪਤੰਗ, ਪਤੰਗਾ ਹੁੰਦਾ ਨਾ ਛੋਟਾ ਜਿਹਾ ਬਿਲਕੁਲ ਬਾਰੀਕ, ਉਤਨੀ ਵੀ ਮੈਲ ਤੇਰੇ ਮਨ ਨੂੰ ਨਹੀਂ ਛੂਏਗੀ ਜੇ ਤੂੰ ਸਤਿਗੁਰੂ ਦੀ ਸੰਗਤ ਕਰ ਲਵੇਂ। ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਵੇਗੀ। ਸੱਤਾ ਬਲਵੰਡ ਨੇ ਕਹਿ ਦਿੱਤਾ ਨਾ ਗੁਰੂ ਅੰਗਦ ਦੇਵ ਸਾਹਿਬ ਜੀ ਬਾਰੇ, ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ। ਇਹ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ, ਜਦ ਤੁਸੀਂ ਦਰਬਾਰ ਵਿੱਚ ਸੱਜ ਬੈਠਦੇ ਹੋ ਤੇ ਤੁਹਾਡੇ ਦਰਬਾਰ ਦੇ ਵਿੱਚ ਮਾਲਕ ਵਾਹਿਗੁਰੂ ਜੀ ਦੀ ਸਿਫਤੋ ਸਲਾਘਾ ਹੁੰਦੀ ਹੈ।
ਉਦੋਂ ਉਸ ਸੱਚੀ ਦਰਗਾਹ ਤੋਂ ਇੱਕ ਨੂਰ, ਇੱਕ ਅੰਮ੍ਰਿਤ ਵਰਸਦਾ ਹੈ ਜੋ ਤੁਹਾਡੇ ਅੱਖਾਂ 'ਚ ਆ ਜਾਂਦਾ ਹੈ। ਤੇ ਉਸ ਅੰਮ੍ਰਿਤ ਨਿਗਾਹ ਨਾਲ ਜਿਸ ਨੂੰ ਵੀ ਤੁਸੀਂ ਅੱਖ ਭਰ ਕੇ ਵੇਖ ਲੈਂਦੇ ਹੋ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਗੁਰੂ ਦੀ ਨਜ਼ਰ ਵਿੱਚ ਉਹ ਬਰਕਤ ਹੈ, ਅੰਮ੍ਰਿਤ ਹੈ। ਸਾਹਿਬ ਰਾਹੋ ਦੇ ਕੇ ਕਹਿੰਦੇ ਨੇ, ਸੱਚਾ ਸ਼ਬਦ ਪਤ ਊਪਜੇ, ਸੱਚੇ ਸੱਚਾ ਨਾਉ। ਕਹਿੰਦੇ ਸ਼ਬਦ ਕਰਕੇ ਉਹ ਇੱਜ਼ਤ ਮਿਲਦੀ ਹੈ ਜਿਹਨੂੰ ਕਦੀ ਕੋਈ ਖੋ ਨਹੀਂ ਸਕਦਾ। ਮੈਨੂੰ ਘਟਨਾ ਚੇਤੇ ਆਈ, ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜੀ ਦਾ ਪ੍ਰਤਾਪ ਜਦ ਖੰਡੂਰ ਸਾਹਿਬ ਫੈਲਿਆ, ਗੁਰੂ ਨਾਨਕ ਜੋਤ ਦੁਨੀਆ ਵਹੀਰਾਂ ਘੱਟ ਕੇ ਆ ਰਹੀ ਹੈ, ਇੱਥੇ ਕਰਾਂਦਾ ਸੀ ਤਪਾ, ਉਹ ਬਰਦਾਸ਼ਤ ਨਹੀਂ ਕਰ ਪਾਇਆ। ਉਹਦੀ ਦੁਕਾਨ ਝੂਠ ਦੀ ਬੰਦ ਹੋ ਗਈ। ਜੋ ਪਾਖੰਡ ਕਰਕੇ ਲੋਕਾਂ ਨੂੰ ਭਰਮਾਈ ਰੱਖਦਾ ਸੀ, ਜਾਦੂ ਟੋਨੇ ਤਾਵੀਤ ਸਭ ਕੁਝ ਕਰਕੇ, ਉਹਦੀ ਦੁਕਾਨ ਬੰਦ ਹੋ ਗਈ। ਵੈਰੀ ਸੀ। ਤੇ ਇੱਕ ਵਾਰੀ ਉਹਨੂੰ ਮੌਕਾ ਮਿਲ ਗਿਆ, ਬਰਸਾਤ ਪਈ ਨਾ, ਥੋੜਾ ਸੋਕਾ ਪੈ ਗਿਆ, ਤੇ ਉਹਨੇ ਆਪਣੇ ਜਾਤ ਬਰਾਦਰੀ ਦੇ ਲੋਕਾਂ ਨੂੰ ਇਕੱਠਾ ਕੀਤਾ ਤੇ ਇੱਕ ਪਾਖੰਡ ਰਚਿਆ ਕਿ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਨੂੰ ਜੇ ਕਿਤੇ ਖੰਡੂਰ ਸਾਹਿਬ ਤੋਂ ਕੱਢ ਦਿੱਤਾ ਜਾਵੇ ਤੇ ਮੀਂਹ ਪੈ ਜਾਵੇਗਾ, ਬਰਸਾਤ ਪੈ ਜਾਵੇਗੀ। ਹੁਣ ਸਾਰੇ ਇਕੱਠੇ ਹੋ ਕੇ ਪੁੱਜ ਗਏ। ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਪਿੰਡ ਛੱਡ ਕੇ ਚਲੇ ਜਾਓ, ਨਗਰ ਛੱਡ ਕੇ ਚਲੇ ਜਾਓ। ਹੁਣ ਸੋਚੋ, ਕਿਸੇ ਨੂੰ ਘਰ ਤੋਂ ਕੱਢ ਦੇਣਾ, ਉਹਦੇ ਨਗਰ ਤੋਂ ਕੱਢ ਦੇਣਾ, ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ? ਜਿੱਦਾਂ ਕਹਿੰਦੇ ਦੇਸ਼ ਨਿਕਾਲਾ ਦਿੱਤਾ ਜਾਂ ਨਗਰ ਨਿਕਾਲਾ ਦਿੱਤਾ, ਨਿਕਾਲੀ ਦੇ ਦਿੱਤੀ। ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜੀ ਮੁਸਕਰਾਏ, ਕਹਿੰਦੇ ਤੁਹਾਡੀ ਦਿੱਤੀ ਇੱਜ਼ਤ ਨੂੰ ਮੈਂ ਇੱਜ਼ਤ ਕਰਕੇ ਨਹੀਂ ਜਾਣਦਾ, ਤੇ ਤੁਹਾਡੀ ਕੀਤੀ ਬੇਇੱਜ਼ਤੀ ਨੂੰ ਵੀ ਮੈਂ ਬੇਇੱਜ਼ਤੀ ਕਰਕੇ ਨਹੀਂ ਜਾਣਦਾ, ਕਿਉਂਕਿ ਮੈਨੂੰ ਸ਼ਬਦ ਰਾਹੀਂ ਇਸ ਗੱਲ ਦਾ ਪਤਾ ਲੱਗ ਗਿਆ ਹੈ। ਸ਼ਬਦ ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਜਦੋਂ ਮਾਲਕ ਵਾਹਿਗੁਰੂ ਇੱਜ਼ਤ ਦੇਣ ਤੇ ਆਵੇ ਤੇ ਕੋਈ ਖੋ ਨਹੀਂ ਸਕਦਾ, ਤੇ ਜੇ ਉਹ ਖੋਣ ਤੇ ਆਵੇ ਤੇ ਕੋਈ ਰੱਖ ਨਹੀਂ ਸਕਦਾ। ਇਸ ਕਰਕੇ ਮੈਨੂੰ ਤੁਹਾਡੀ ਨਾ ਬੇਇੱਜ਼ਤੀ ਦੀ ਪਰਵਾਹ, ਨਾ ਇੱਜ਼ਤ ਦੀ ਪਰਵਾਹ। ਮੀਂਹ ਇਉਂ ਨਹੀਂ ਪੈਣਾ, ਪਾਖੰਡ ਉਗਾੜਨ ਲਈ ਅਸੀਂ ਚਲੇ ਜਾਂਦੇ ਹਾਂ। ਸਾਹਿਬ ਛੱਡ ਕੇ ਚਲੇ ਗਏ ਨਗਰ। ਫਿਰ ਤੁਹਾਨੂੰ ਸਾਰਾ ਹੀ ਪਤਾ ਹੈ ਕੀ ਹੋਇਆ। ਯਾਦ ਰੱਖਣਾ, ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ, ਮੇਟ ਨਾ ਸਕੈ ਕੋਈ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵਡਿਆਈ ਪਤ ਪੂਰੀ ਦੁਨੀਆ ਦੇ ਇੱਜ਼ਤ ਬਣ ਕੇ ਅੱਜ ਤੱਕ ਸਾਰੀ ਦੁਨੀਆ ਸਿਜਦਾ ਕਰ ਰਹੀ ਹੈ। ਤੇ ਤਪੇ ਦਾ ਅੰਗ ਅੰਗ ਖਿੱਚ ਕੇ ਤੇ ਇਉਂ ਰੋਲਿਆ ਗਿਆ, ਕਿਉਂਕਿ ਜਦ ਇੱਜ਼ਤ ਖੋਣ ਤੇ ਆਵੇ ਤੇ ਕੋਈ ਰੱਖ ਨਹੀਂ ਸਕਦਾ। ਤੇ ਸਤਿਗੁਰੂ ਦੀ ਇੱਜ਼ਤ ਉਸ ਮਾਲਕ ਵਾਹਿਗੁਰੂ ਜੀ ਨੇ ਰੱਖੀ। ਤੇ ਸਾਹਿਬ ਕਹਿ ਰਹੇ ਨੇ, ਸੱਚਾ ਸ਼ਬਦ ਪਤ ਊਪਜੈ, ਸੱਚੇ ਸੱਚਾ ਨਾਉ। ਕਿਉਂਕਿ ਕੋਲ ਸੱਚਾ ਸ਼ਬਦ ਹੈ, ਵਾਹਿਗੁਰੂ ਦਾ ਸੱਚਾ ਨਾਉ ਹੈ। ਜਿਨੀ ਹਉਮੈ ਮਾਰ ਪਛਾਣਿਆ ਹੋ, ਤਿਨ ਬਲਿਹਾਰੈ ਜਾਉ। ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਮਾਲਕ ਵਾਹਿਗੁਰੂ ਜੀ ਦੀ ਪਛਾਣ ਕੀਤੀ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਦੇਖੋ, ਹਉਮੈ ਨੂੰ ਮਾਰਨਾ, ਅਹੰਕਾਰ ਨੂੰ ਮਾਰਨਾ, ਆਪ ਨੂੰ ਗਵਾਉਣਾ, ਇਉਂ ਜਾਣੋ ਕਿ ਬੰਦਾ ਆਪੇ ਨੂੰ ਮਾਰਨ ਵਾਲਾ ਆਪਣੇ ਆਪ ਨੂੰ ਮਾਰ ਰਿਹਾ ਹੈ। ਪਰ ਇਉਂ ਮਰ ਕੇ ਕੋਈ ਜਿੰਦਾ ਵੀ ਹੁੰਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ। ਜੋ ਲਾਈਨ ਪੰਕਤੀ ਕਹਿ ਰਹੀ ਹੈ, ਹਉਮੈ ਨੂੰ ਮਾਰ ਕੇ ਆਪਣੇ ਆਪੇ ਦੀ ਪਛਾਣ ਕਰਨੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਪਛਾਣ ਕੌਣ ਕਰਦਾ? ਜੋ ਸ਼ਬਦ ਨਾਲ ਸਾਂਝ ਪਾਉਂਦਾ ਹੈ, ਸੱਚ ਨਾਲ ਸਾਂਝ ਪਾਉਂਦਾ ਹੈ। ਬਾਬਾ ਕਬੀਰ ਸਾਹਿਬ ਜੀ ਜੋ ਰੋਜ਼ ਮਰਨ ਦੀਆਂ ਗੱਲਾਂ ਕਰਦੇ ਸਨ, ਜੋ ਕਹਿੰਦੇ ਮੋਹ ਮਰਨਾ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰਾ ਬਾਰ। ਜੋ ਕਹਿੰਦੇ ਸਨ, ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਜੋ ਕਹਿੰਦੇ ਸਨ, ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਜੋ ਕਹਿੰਦੇ ਸਨ, ਮਰਨਾ ਤਾਂ ਕਿਆ ਡਰਪਨਾ, ਜੋ ਹੱਥ ਸੰਧੌਰਾ ਲੀਨ।
ਜੋ ਰੋਜ਼ ਮਰਨ ਦੀਆਂ ਗੱਲਾਂ ਕਰਦੇ ਸਨ, ਇੱਕ ਦਿਨ ਉਹ ਵੀ ਆਇਆ ਕਿ ਬਨਾਰਸ ਸ਼ਹਿਰ ਦੇ ਚੌਰਾਹੇ ਤੇ ਖੜੇ ਹੋ ਗਏ, ਬਾਹਾਂ ਉੱਪਰ ਚੁੱਕ ਲਈਆਂ ਤੇ ਕਹਿੰਦੇ ਮੈਂ ਨਾ ਮਰਾਂ, ਮੈਂ ਨਾ ਮਰਾਂ। ਲੋਕ ਹੈਰਾਨ ਹੋ ਗਏ, ਕਹਿੰਦੇ ਤੁਸੀਂ ਕਿਉਂ ਨਹੀਂ ਮਰੋਗੇ? ਤੇ ਤੁਸੀਂ ਨਹੀਂ ਮਰੋਗੇ ਤੇ ਕੌਣ ਮਰੇਗਾ? ਕਹਿੰਦੇ ਮਰਬੋ ਸੰਸਾਰਾ, ਮੈਂ ਨਾ ਮਰਾਂ, ਮਰਬੋ ਸੰਸਾਰਾ। ਲੋਕਾਂ ਨੇ ਕਿਹਾ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਮਰਨਾ, ਸੰਸਾਰ ਤੇ ਮਰੇਗਾ, ਪਰ ਤੁਸੀਂ ਦੱਸੋ ਤੁਸੀਂ ਕਿਉਂ ਨਹੀਂ ਮਰੋਗੇ? ਕਹਿੰਦੇ ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ। ਜਿਸ ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ ਮੈਂ ਨਿਤ ਮਰਨ ਦੀਆਂ ਗੱਲਾਂ ਕਰਦਾ ਸੀ ਤੇ ਆਪਣੀ ਹਉਮੈ ਅਹੰਕਾਰ ਨੂੰ, ਮੈਂ ਮੇਰੀ ਨੂੰ ਮਾਰਿਆ, ਮੈਂ ਮਰਿਆ, ਤੇ ਵਾਹਿਗੁਰੂ ਨੇ ਮੈਨੂੰ ਸ਼ਬਦ ਦੀ ਦਾਤ ਦੇ ਦਿੱਤੀ। ਹੁਣ ਸ਼ਬਦ ਕਰਕੇ ਮੈਂ ਹਮੇਸ਼ਾ ਲਈ ਜਿੰਦਾ ਹੋ ਗਿਆ, ਹੁਣ ਕਦੀ ਮਰਾਂਗਾ ਹੀ ਨਹੀਂ। ਕੀ ਕਹਿ ਸਕਦੇ ਹਾਂ ਬਾਬਾ ਕਬੀਰ ਸਾਹਿਬ ਮਰ ਗਏ ਨੇ? ਨਹੀਂ, ਅੱਜ ਵੀ ਸਾਡੇ ਨਾਲ ਗੱਲਾਂ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਅੱਜ ਵੀ ਜਿੰਦਾ ਨੇ। ਸਾਹਿਬ ਕਹਿੰਦੇ ਕਿ ਹਉਮੈ ਨੂੰ ਮਾਰ ਕੇ ਕੋਈ ਇਸ ਗੱਲ ਦੀ ਪਛਾਣ ਕਰ ਸਕਦਾ ਹੈ। ਅੱਗੇ ਸਾਹਿਬ ਕਹਿੰਦੇ ਨੇ ਮਨਮੁਖ ਸੱਚ ਨਾ ਜਾਣਨੀ, ਤਿਨ ਠੌਰ ਨਾ ਕਤਹੂ ਥਾਉ। ਮਨਮੁਖ ਬੰਦਾ ਸੱਚ ਨਾਲ ਸਾਂਝ ਨਹੀਂ ਪਾਉਂਦਾ, ਇਸ ਕਰਕੇ ਉਹਨੂੰ ਕਿਤੇ ਵੀ ਠੌਰ ਨਹੀਂ ਮਿਲਦੀ। ਝੂਠੇ ਬੰਦੇ ਨੂੰ, ਮਨਮੁਖ ਬੰਦੇ ਨੂੰ ਕੋਈ ਆਪਣੇ ਘਰ ਵੀ ਨਹੀਂ ਬਿਠਾਉਣਾ ਚਾਹੁੰਦਾ, ਆਪਣੇ ਵੀ ਨਹੀਂ ਭਰੋਸਾ ਉਹਦੇ ਉੱਤੇ ਕਰਦੇ ਕਿ ਇਹ ਤੇ ਮਨਮੁਖ ਹੈ, ਝੂਠਾ ਹੈ, ਮਨ ਦੇ ਪਿੱਛੇ ਤੁਰਨ ਵਾਲਾ, ਮਨ ਕਰਕੇ ਕਿਸੇ ਦਾ ਵੀ ਬੁਰਾ ਕਰ ਸਕਦਾ ਹੈ, ਕਿਸੇ ਨੂੰ ਵੀ ਦੁੱਖ ਦੇ ਸਕਦਾ ਹੈ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਪਰ ਜਿਹੜਾ ਗੁਰਮੁਖ ਹੁੰਦਾ ਹੈ ਉਹ ਸੱਚ ਹੀ ਖਾਂਦਾ ਹੈ ਤੇ ਸੱਚ ਹੀ ਪਹਿਨਦਾ ਹੈ, ਸੱਚੇ ਹੀ ਵਿੱਚ ਵਾਸ। ਉਹ ਸੱਚ ਵਿੱਚ ਹੀ ਵਸਦਾ ਹੈ, ਸੱਚ ਵਿੱਚ ਹੀ ਜੀਂਦਾ ਹੈ। ਸੱਚ ਕੀ ਹੈ? ਜਿੱਥੋਂ ਆਪਾਂ ਨੇ ਗੱਲ ਸ਼ੁਰੂ ਕੀਤੀ ਸੀ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਆਪ ਸੱਚ ਹੈ ਤੇ ਜੋ ਵਾਹਿਗੁਰੂ ਬੋਲਿਆ ਹੈ ਉਹ ਵੀ ਸੱਚ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਥੋੜਾ ਬੋਲ ਰਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਭਾਈ ਲਾ ਲੋ, ਜੋ ਵਾਹਿਗੁਰੂ ਬੁਲਵਾ ਰਿਹਾ ਉਹ ਮੈਂ ਬੋਲ ਰਿਹਾ। ਹੁਣ ਆਪਾਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਤੇ ਜੇ ਵਾਹਿਗੁਰੂ ਬੋਲ ਰਿਹਾ ਹੈ, ਉਹ ਆਪ ਸੱਚ ਹੈ ਤੇ ਉਹਦਾ ਬੋਲਿਆ ਵੀ ਸੱਚ ਹੈ। ਇਸੇ ਕਰਕੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਹੁਣ ਇਹੋ ਜਿਹਾ ਸੱਚ ਹੈ ਕਿ ਇਹਨੂੰ ਸਾਇੰਸ ਰਿਪੀਟ ਤਾਂ ਕਰਦੀ ਹੈ, ਖੰਡਨ ਨਹੀਂ ਕਰਦੀ। ਕੁਝ ਗ੍ਰੰਥਾਂ ਦੇ ਵਿੱਚ ਜੋ ਕੁਝ ਲਾਈਨਾਂ ਲਿਖੀਆਂ ਹੋਈਆਂ ਨੇ ਉਹ ਝੂਠ ਵੀ ਸਾਬਤ ਹੋਈਆਂ, ਮਿਥਿਆਸ ਵੀ ਸਾਬਤ ਹੋਈਆਂ। ਇੱਕ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਧਰਤੀ ਚਪਟੀ ਹੈ ਤੇ ਰੁਕੀ ਹੋਈ ਹੈ। ਸੰਸਾਰ ਪ੍ਰਸਿੱਧ ਸਾਇੰਟਿਸਟ ਗਲੇਲੀਓ ਨੇ ਜਦ ਪਹਿਲੀ ਵਾਰੀ ਇਹ ਗੱਲ ਕਹੀ ਨਾ ਕਿ ਪ੍ਰਥਵੀ ਗੋਲ ਹੈ ਤੇ ਘੁੰਮ ਰਹੀ ਹੈ, ਤੇ ਉਹਨੂੰ ਪਕੜ ਕੇ ਜੇਲ੍ਹ 'ਚ ਪਾ ਦਿੱਤਾ ਗਿਆ ਸੀ। ਉਹਨੂੰ ਕਿਹਾ ਤੇਰੇ ਕਹੇ ਹੋਏ ਬੋਲ ਸਾਡੇ ਗ੍ਰੰਥ ਦੇ ਬੋਲਾਂ ਉੱਤੇ ਪੂਰੇ ਨਹੀਂ ਉਤਰਦੇ। ਪਰ ਉਹ ਕਹਿੰਦਾ ਮੈਂ ਕੀ ਕਰਾਂ, ਸੱਚ ਵੇਖ ਲਿਆ। ਅੱਜ ਸਾਡੇ ਬੱਚੇ ਸਕੂਲ ਕਾਲਜਾਂ ਦੇ ਵਿੱਚ ਪੜ੍ਹ ਰਹੇ ਨੇ ਕਿ ਧਰਤੀ ਗੋਲ ਹੈ ਤੇ ਘੁੰਮ ਰਹੀ ਹੈ। ਇਹ ਤਾਂ ਮਤਲਬ ਸੱਚ ਸੀ ਨਾ, ਉੱਥੇ ਮਿੱਥ ਕੇ ਗੱਲ ਲਿਖੀ ਹੋਈ ਸੀ। ਅਫਸੋਸ ਸਾਡਾ ਸੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਬਾਣੀ, ਇੱਕ ਇੱਕ ਲਾਈਨ ਜਿਹਨੂੰ ਸਾਇੰਸ ਰਿਪੀਟ ਕਰਦੀ ਹੈ, ਖੰਡਨ ਨਹੀਂ ਕਰਦੀ। ਉਹ ਸੱਚ ਦਾ ਹੋਕਾ ਅਸੀਂ ਪੰਜਾਬ ਵਿੱਚ ਨਹੀਂ ਦੇ ਪਾਏ ਆ, ਤੇ ਉਹ ਦੂਜੇ ਲੋਕਾਂ ਨੇ ਆਪਣਾ ਮਿਥਿਹਾਸ ਵੀ ਇਉਂ ਸਮਝਾਇਆ ਹੈ ਕਿ ਸਾਡੇ ਸਿੱਖ ਧਰਮ ਛੱਡ ਛੱਡ ਕੇ ਉੱਧਰ ਦੌੜੀ ਚਲੇ ਜਾ ਰਹੇ ਨੇ, ਤੇ ਅਸੀਂ ਸੱਚ ਨੂੰ ਵੀ ਚੰਗੀ ਤਰ੍ਹਾਂ ਵਿਖਾ ਨਹੀਂ ਸਕੇ ਹਾਂ। ਇੱਧਰ ਉੱਤਰਾਖੰਡ ਨਾ ਮਿਨੀ ਪੰਜਾਬ ਆ ਕੇ ਤੇ ਪੰਜਾਬ ਤੋਂ ਹੀ ਵਸਿਆ। ਉੱਥੇ 35-40 ਸਾਲਾਂ 'ਚ ਇੱਕ ਵੀ ਉਦਾਹਰਣ ਤੁਸੀਂ ਦੱਸ ਦਿਓ ਕਿ ਕੋਈ ਸਿੱਖ ਆਪਣਾ ਧਰਮ ਛੱਡ ਕੇ ਤੇ ਦੂਜੇ ਪਾਸੇ ਗਿਆ ਹੋਵੇ। ਅਸਲ ਵਿੱਚ ਜ਼ਰੂਰਤ ਹੈ ਪ੍ਰਚਾਰ ਦੀ, ਸੁਚੇਤ ਰਹਿਣ ਦੀ।
ਤੇ ਯਤਨ ਕੀਤੇ ਜਾਂਦੇ ਨੇ ਤੇ ਉਹ ਸਫਲ ਵੀ ਹੁੰਦੇ ਨੇ। ਖੈਰ ਦਾਸ ਅਰਜ਼ ਕਰ ਰਿਹਾ ਸੀ ਕਿ ਬਾਣੀ ਨੂੰ ਸਾਇੰਸ ਰਿਪੀਟ ਤੇ ਕਰਦੀ ਹੈ, ਖੰਡਨ ਨਹੀਂ ਕਰਦੀ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਨਾ ਲੱਖ ਆਗਾਸ ਲੱਖ ਪਾਤਾਲ, ਅੱਜ ਸਾਇੰਸ ਮੰਨ ਰਹੀ ਹੈ। ਸਤਿਗੁਰੂ ਨੇ ਕਿਹਾ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲੇ ਕੌਣ ਜੋਰ, ਅੱਜ ਸਾਇੰਸ ਨੇ ਮੰਨ ਲਿਆ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਮੈਂ ਰੋਮੰਦੀ ਸਭ ਜਗ ਰੁੰਨਾ ਰੁੰਨਣੇ ਬਣੋ ਪੰਖੇਰੂ, ਬਣ ਵੀ ਰੋਂਦੇ ਨੇ, ਪੇੜ ਪੌਦੇ ਵੀ ਰੋਂਦੇ ਨੇ, ਅਸੀਂ ਤੇ ਨਹੀਂ ਰੋਂਦਿਆਂ ਵੇਖਿਆ। ਪਰ ਇਸੇ ਦੇਸ਼ ਦੇ ਸਾਇੰਟਿਸਟ ਜਗਦੀਸ਼ ਚੰਦਰ ਬੋਸ ਨੇ ਸਾਬਿਤ ਕੀਤਾ ਕਿ ਪੇੜ ਪੌਦਿਆਂ ਵਿੱਚ ਵੀ ਜੀਵਨ ਹੈ। ਅਮਰੀਕਾ ਦੇ ਸਾਇੰਟਿਸਟਾਂ ਨੇ ਤੇ ਰੋਣਾ ਰਿਕਾਰਡ ਕਰਕੇ ਮਸ਼ੀਨਾਂ ਰਾਹੀਂ ਤੇ ਦੁਨੀਆ ਨੂੰ ਸੁਣਾ ਦਿੱਤਾ ਤੇ ਕਹਿ ਦਿੱਤਾ ਬੰਦੇ ਦੇ ਸੁਣਨ ਦੀ ਸ਼ਕਤੀ ਕੇਵਲ 20 ਕਿਲੋ ਹਰਟ ਦੀ ਦੂਰੀ ਤੱਕ ਹੈ, ਪਰ ਪੇੜ ਪੌਦਿਆਂ ਦਾ ਰੋਣਾ 50 ਤੋਂ ਲੈ ਕੇ 500 ਕਿਲੋ ਹਰਟ ਦੀ ਦੂਰੀ ਤੱਕ ਹੁੰਦਾ ਹੈ। ਇਸ ਕਰਕੇ ਬੰਦੇ ਦੇ ਸੁਣਨ ਦੀ ਸ਼ਕਤੀ ਘੱਟ ਹੋਣ ਕਰਕੇ ਨਹੀਂ ਸੁਣ ਪਾਉਂਦਾ, ਪਰ ਪੇੜ ਪੌਦੇ ਵੀ ਰੋਂਦੇ ਨੇ ਜਦ ਉਹਨਾਂ ਨੂੰ ਕੱਟਿਆ ਵੱਢਿਆ ਜਾਂਦਾ ਹੈ ਜਾਂ ਪਾਣੀ ਖੁਣੋਂ ਸੁੱਕਦੇ ਨੇ। ਜੋ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਸਾਇੰਸ ਕਹਿੰਦੀ ਬਿਲਕੁਲ ਸੱਚ ਕਿਹਾ ਸੀ। ਇਹ ਜੋ ਐਟਾਮਿਕ ਸ਼ਕਤੀ ਆਪਾਂ ਦੇਖ ਰਹੇ ਹਾਂ, ਇਹ ਰਾਕੇਟ ਜਹਾਜ਼, ਬਾਣੀ ਗਾਥਾ ਪੜ੍ਹ ਕੇ ਵੇਖੋ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਉਦੋਂ ਕਹਿ ਗਏ ਪਰਮਾਣੂ ਪਰਜੰਤ ਆਕਾਸ਼ੈਂ ਦੀਪ ਲੋਸ ਕੰਡਣ ਗਚੈਣ ਨੈਣ ਭਾਰੇਣ ਬਿਨਾ ਸਾਧੂ ਨਾ ਸਿੱਧਤੇ। ਕਹਿੰਦੇ ਇਹ ਕੁਝ ਹੋਵੇਗਾ, ਬੰਦਾ ਇਤਨਾ ਸਿਆਣਾ ਹੋ ਜਾਵੇਗਾ ਕਿ ਪਲ ਦੇ ਵਿੱਚ ਧਰਤੀ ਨੂੰ ਛੱਡ ਪੁਲਾੜ ਪਾੜ ਆਕਾਸ਼ 'ਚ ਡਾਰੀਆਂ ਮਾਰ ਕੇ ਫਿਰ ਧਰਤੀ ਤੇ ਆ ਜਾਵੇਗਾ, ਪਰ ਜਦ ਤੱਕ ਇਹ ਸੱਚ ਨਾਲ ਸਾਂਝ ਨਹੀਂ ਪਾਵੇਗਾ ਇਹਨੂੰ ਸ਼ਾਂਤੀ ਨਹੀਂ ਮਿਲੇਗੀ। ਵੱਡੇ ਵੱਡੇ ਸਾਇੰਟਿਸਟ ਆਤਮ ਹੱਤਿਆ ਕਰਕੇ ਮਰ ਜਾਂਦੇ ਨੇ। ਬਾਹਰ ਬਹੁਤ ਕੁਝ ਖੋਜ ਲਿਆ ਪਰ ਅੰਦਰ ਨਹੀਂ ਖੋਜ ਸਕੇ। ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਕਿਹਾ, ਉਦੋਂ ਸਮੰਦ ਵਿਰੋਲ ਸ਼ਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਕਹਿੰਦੇ ਸਮੁੰਦਰ ਤੇ ਬੰਦੇ ਦੇ ਅੰਦਰ ਦੀ ਖੋਜ ਕਰਕੇ ਮੈਂ ਵੇਖਿਆ ਹੈ ਜੋ ਕੁਝ ਗੁਰੂ ਰਾਮਦਾਸ ਸਾਹਿਬ ਜੀ ਨੇ ਉਦੋਂ ਕਿਹਾ, ਸਾਇੰਸ ਕਰੀ ਬਿਲਕੁਲ ਠੀਕ ਕਿਹਾ। ਇਹ ਅੱਜ ਸਾਇੰਸ ਕਹਿ ਰਹੀ ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਧਰਤੀ ਸੁੰਗੜ ਰਹੀ ਹੈ। ਪੜ੍ਹ ਕੇ ਵੇਖੋ ਸਲੋਕ ਸੰਸਕ੍ਰਿਤੀ, ਗੁਰੂ ਅਰਜਨ ਦੇਵ ਸਾਹਿਬ ਜੀ ਤੇ ਉਦੋਂ ਲਿਖ ਗਏ ਘਟੰਤ ਰਵ ਸਸ ਨਖੇਤਰ ਗਗਨੰ। ਰਵ ਸਸ ਸੂਰਜ ਤੇ ਚੰਦਰਮਾ, ਨਖੇਤਰ ਤਾਰੇ, ਗਗਨੰ ਆਕਾਸ਼ ਘਟ ਰਹੇ ਨੇ। ਘਟੰਤ ਰੂਪੰ ਘਟੰਤ ਦੀਪੰ ਘਟੰਤ ਬਸੁਧਾ, ਇਹ ਧਰਤੀ ਵੀ ਸੁੰਗੜ ਰਹੀ ਹੈ। ਲਲਨਾ ਸੁਤ ਭਰਾਤ ਹੀਤੰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਉਹ ਕੇਵਲ ਸੱਚ ਹੈ। ਤੇ ਕਹਿੰਦੇ ਸੱਚ ਨਾਲ ਸਾਂਝ ਜੇ ਪਾਓ, ਸਦਾ ਸੱਚਾ ਸਾਲਾਨਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ। ਜਦ ਆਪਣੀ ਆਤਮਾ ਦੀ ਪਛਾਣ, ਆਪੇ ਦੀ ਪਛਾਣ ਕਰੇਗਾ ਬੰਦਾ ਤੇ ਗੁਰਮਤ ਦਾ ਧਾਰਨੀ ਬਣੇਗਾ ਤੇ ਨਿਜ ਘਰ ਵਿੱਚ ਟਿਕ ਜਾਵੇਗਾ। ਸੱਚ ਵੇਖਣਾ, ਸੱਚ ਬੋਲਣਾ, ਤਨ ਮਨ ਸੱਚਾ ਹੋਏ। ਕਹਿੰਦੇ ਫਿਰ ਇਹੋ ਜਿਹਾ ਬੰਦਾ ਸੱਚ ਹੀ ਵੇਖਦਾ ਹੈ, ਸੱਚ ਹੀ ਪਹਿਨਦਾ ਹੈ। ਪਰ ਅਸੀਂ ਕੀ ਵੇਖ ਸਕਦੇ ਹਾਂ? ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਵੇਖ ਸਕਦੇ ਹੋ, ਅੱਖਾਂ ਨਾਲ ਨਾ ਵੇਖੋ। ਅੱਖੀ ਬਾਝੋਂ ਵੇਖਣਾ ਮਿਣ ਕੰਨਾਂ ਸੁਣਨਾ, ਪੈਰੀਂ ਬਾਝੋਂ ਚੱਲਣਾ ਮਿਣ ਹੱਥਾਂ ਕਰਨਾ। ਕਹਿੰਦੇ ਸਭ ਕੁਝ ਧਿਆਨ ਨਾਲ ਕਰੋ। ਅੱਖਾਂ ਤੇ ਮਾੜਾ ਹੀ ਵੇਖਣਗੀਆਂ ਪਰ ਧਿਆਨ ਚੇਤਾਵਨੀ ਦਿੰਦਾ ਨਾ। ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਪਰਤਰੇ ਰੂਪ ਨਾ ਪੇਖਿਆ ਨੇਤਰ। ਕਹਿੰਦੇ ਜੋ ਕੁਝ ਵੀ ਕਰਨਾ ਸਰੀਰਕ ਅੰਗਾਂ ਨਾਲ ਧਿਆਨ ਨਾਲ ਕਰੋ ਤੇ ਫਿਰ ਸੱਚ ਵੇਖੋਗੇ, ਸੱਚ ਹੀ ਹੰਡਾਓਗੇ। ਤੇ ਸੱਚੀ ਸਿੱਖਿਆ ਸੁਣ ਕੇ ਗੁਰੂ ਦੀ ਤੇ ਸੱਚ ਵਿੱਚ ਸਮਾ ਕੇ ਤੇ ਸੱਚੀ ਸ਼ੋਭਾ ਨਾਲ ਜੁੜ ਜਾਓਗੇ। ਜਿਨ੍ਹੀਂ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਜਿਨ੍ਹਾਂ ਨੇ ਸੱਚ ਵਿਸਾਰ ਦਿੱਤਾ ਉਹ ਸੰਸਾਰ ਤੋਂ ਰੋਂਦੇ ਹੋਏ ਗਏ। ਦਾਗ ਦੋਸ਼ ਮੂੰਹ ਚਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ। ਜਿਨ੍ਹਾਂ ਨੇ ਸਤਿਗੁਰੂ ਨਾਲ ਜੁੜਨਾ ਹੀ ਨਹੀਂ ਸਿੱਖਿਆ ਉਹ ਬੇਕਾਰ ਸੰਸਾਰ ਚ ਆਏ ਨੇ। ਕਿਉਂ ਆਏ? ਜਮਦਰ ਬੱਧੇ ਮਾਰੀਆਂ ਕੂਕ ਨਾ ਸੁਣਿਆ ਪੁਕਾਰ। ਉਹਨਾਂ ਨੂੰ ਤਾਂ ਉੱਥੇ ਬੰਨ ਲਿਆ ਜਾਂਦਾ ਏ ਤੇ ਕਹਿੰਦੇ ਐਸੀ ਮਾਰ ਮਾਰੀ ਜਾਂਦੀ ਹੈ ਫਿਰ ਕੋਈ ਪੁਕਾਰ ਵੀ ਨਹੀਂ ਸੁਣਦਾ। ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ।
ਇਹੋ ਜਿਹੇ ਮਨੁੱਖ ਬੇਕਾਰ ਜੀਵਨ ਵਿਅਰਥ ਗਵਾ ਕੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਵਾਲੀ ਅਵਸਥਾ ਨਾਲ ਮਰਦੇ ਜੰਮਦੇ ਰਹਿੰਦੇ ਨੇ। ਕਹਿੰਦੇ ਇਹ ਜਗ ਜਲਤਾ ਦੇਖ ਕੇ ਭਜ ਪੈ ਸਤਿਗੁਰ ਸ਼ਰਣਾ, ਉਹ ਭਾਗਾਂ ਵਾਲੇ ਨੇ। ਇਹ ਜਗਤ ਜਲੰਦੇ ਨੂੰ ਜਲਦਾ ਵੇਖ ਕੇ ਉਹ ਪੁਕਾਰ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹ ਉਬਾਰ। ਤੇ ਫਿਰ ਉਹਨਾਂ ਨੂੰ ਗੁਰੂ ਬਚਾ ਲੈਂਦਾ ਹੈ। ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ। ਸਤਿਗੁਰੂ ਨੇ ਸੱਚ ਨੂੰ ਅੰਦਰ ਟਿਕਾ ਦਿੱਤਾ ਤੇ ਰਹਿਤ ਵਿੱਚ ਰਹਿਣਾ, ਸੰਜਮ ਵਿੱਚ ਰਹਿਣਾ ਸਿਖਾ ਦਿੱਤਾ। ਸਤਿਗੁਰੂ ਸੱਚਾ ਹੈ ਬੋਹਿਤਾ ਸ਼ਬਦੇ ਭਉਜਲ ਤਰਨਾ। ਸਤਿਗੁਰੂ ਜੋ ਹੈ ਉਹ ਐਸਾ ਬੋਹਿਤ ਹੈ, ਜਹਾਜ਼ ਹੈ, ਜਿਹਦੇ ਨਾਲ ਜੋ ਜੁੜਦਾ ਹੈ ਉਹ ਤਰ ਜਾਂਦਾ ਹੈ। ਬਾਬਾ ਮੱਖਣ ਸ਼ਾਹ ਲੁਬਾਣੀ ਦਾ ਬੇੜਾ ਤਾਰ ਦਿੱਤਾ ਨਾ ਸਤਿਗੁਰੂ ਨੇ। ਤੇ ਸਾਹਿਬ ਕਹਿੰਦੇ 184 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ। ਜੀਵ 84 ਜੂਨਾਂ ਚ ਭਟਕਦੇ ਰਹੇ ਨੇ, ਪਰ ਕਹਿੰਦੇ ਸਤਿਗੁਰੂ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਨਹੀਂ ਮਿਲੀ। ਪੜ ਪੜ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ। ਪੜ ਪੜ ਗੱਡੀ ਲੱਦੀ ਹੈ ਉਹ ਵਾਲੀ ਗੱਲ ਹੈ। ਪੜ ਲਓ ਜਿੰਨਾ ਮਰਜੀ ਧਾਰਮਿਕ ਪੁਸਤਕਾਂ ਨੂੰ, ਵਿਦਵਾਨ ਬਣ ਜਾਓ, ਪਰ ਜੇ ਅੰਦਰੋਂ ਹਉਮੈ ਨਹੀਂ ਗਈ, ਸੱਚ ਦੀ ਪਛਾਣ ਨਾ ਹੋਈ, ਤੇ ਕਹਿੰਦੇ ਇੱਜ਼ਤ ਪਤ ਖੋ ਦੇਣ ਵਾਲੀ ਗੱਲ ਹੈ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ। ਸਤਿਗੁਰੂ ਨੇ ਹੀ ਇਹ ਸਮਝਾਇਆ ਹੈ ਸ਼ਬਦ ਰਾਹੀਂ ਕਿ ਵਾਹਿਗੁਰੂ ਤੋਂ ਬਿਨਾ ਹੋਰ ਸੱਚਾ ਕੋਈ ਨਹੀਂ ਹੈ। ਜੋ ਸੱਚਾ ਲਾਏ ਸੇ ਸੱਚ ਲੱਗੈ ਤਨ ਸੱਚੀ ਕਾਰ ਕਰਨ। ਜਿਨ੍ਹਾਂ ਨੂੰ ਸਤਿਗੁਰੂ ਨੇ ਸੱਚ ਨਾਲ ਜੋੜਿਆ ਉਹ ਹਮੇਸ਼ਾ ਹੀ ਸੱਚੀ ਕਾਰ ਕਰਦੇ ਨੇ। ਉਹਨਾਂ ਦੇ ਕਰਮ ਸੱਚ ਨਾਲ ਜੁੜ ਜਾਂਦੇ ਨੇ। ਤੇ ਸਾਹਿਬ ਕਹਿੰਦੇ ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਹਲ ਰਹਨ। ਉਹਨਾਂ ਨੇ ਮਾਲਕ ਵਾਹਿਗੁਰੂ ਦੀ ਹਜ਼ੂਰੀ ਨੂੰ ਪ੍ਰਾਪਤ ਕਰ ਲਿਆ। ਉਹ ਜੀਂਦਿਆਂ ਜੀ ਵਾਹਿਗੁਰੂ ਨਾਲ ਇੱਕਮਿਕ ਹੋ ਜਾਂਦੇ ਨੇ। ਅਬ ਤੋ ਜਾਇ ਚੜ੍ਹੈ ਸਿੰਘਾਸਨ ਮਿਲੈ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਮਰਨ ਤੋਂ ਬਾਅਦ ਕਿਹਨੇ ਮੁਕਤੀ ਵੇਖੀ ਹੈ? ਮੁਕਤ ਤੇ ਜਿੰਦਿਆਂ ਜੀ ਹੋਣਾ ਹੈ ਨਾ। ਇਹ ਭੁਲੇਖੇ ਪਾਏ ਗਏ ਨੇ ਕਿ ਜੀ ਇਹ ਦਾਨ ਕਰ ਦਿਓ, ਉਹ ਦਾਨ ਕਰ ਦਿਓ, ਇਸ ਤਰ੍ਹਾਂ ਕਰ ਦਿਓ, ਉਸ ਤਰ੍ਹਾਂ ਕਰ ਦਿਓ, ਮਰਨ ਤੋਂ ਬਾਅਦ ਮੁਕਤੀ ਮਿਲ ਜਾਵੇਗੀ। ਹੁਣ ਭਗਤ ਜੀ ਕਹਿੰਦੇ ਮੂਏ ਹੋ ਜੋ ਮੁਕਤ ਹੋਗੇ ਮੁਕਤ ਨਾ ਜਾਣਾ ਕੋਇਲਾ। ਮਰਨ ਤੋਂ ਬਾਅਦ ਮੁਕਤੀ ਕਿਹਨੇ ਵੇਖੀ ਹੈ? ਜੀਂਦਿਆਂ ਜੀ ਮੁਕਤ ਕਰੋ। ਤੇ ਜੀਂਦਿਆਂ ਜੀ ਮੁਕਤ ਕੌਣ ਹੈ? ਜੋ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਨੂੰ ਪਾਲਦਿਆਂ ਹੋਇਆਂ ਬੰਧਨਾਂ ਤੋਂ ਮੁਕਤ ਹੈ, ਮੋਹ ਤੋਂ ਮੁਕਤ ਹੈ। ਜੀਂਦਿਆਂ ਜੀ ਦੇ ਹੀ ਤੇ ਬੰਧਨ ਨੇ ਵੀ ਜੇ ਮੈਨੂੰ ਕੁਝ ਹੋ ਗਿਆ, ਮੈਂ ਮਰ ਗਿਆ, ਮੇਰੀ ਬੇਟੀ ਦਾ ਵਿਆਹ ਕੌਣ ਕਰਾਵੇਗਾ, ਪੜ੍ਹਾਵੇਗਾ ਕੌਣ, ਮੇਰੇ ਬੱਚੇ ਨੂੰ ਸੈਟਲ ਕੌਣ ਕਰੇਗਾ? ਸਾਰੇ ਬੰਧਨ ਜੀਂਦਿਆਂ ਜੀ ਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀਂਦਿਆਂ ਜੀ ਮੁਕਤ ਨੇ। 4 ਸਾਹਿਬਜ਼ਾਦੇ ਨੇ, ਅੱਖਾਂ ਦੇ ਸਾਹਮਣੇ 2 ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰਦੇ ਨੇ। ਕੋਈ ਮੋਹ ਹੈ, ਕੋਈ ਬੰਧਨ ਹੈ? ਕਿਤੇ ਬੈਠ ਕੇ ਰੋ ਰਹੇ ਨੇ ਉੱਥੇ? नहीं, कह रहे ने मैं तेरा हूं, मेरे बच्चे भी तेरे हैं मौला, थे तेरे हैं तेरे रहेंगे तेरे, जिस हाल में रखे वही हाल है अच्छा, जुज शुक्र के जुबान पे आने का नहीं शिकवा, करतार से कहते थे गोया रूबरू होकर, कल जाऊंगा मैं चमकौर से सुरखरू होकर। ऐसी गल नहीं कि साहबजादियां नूं प्यार नहीं सी करदे, उन्हां वर्गा प्यार तो कोई कर ही नहीं सकता, पर प्यार सी, मोह नहीं सी। जींदियां जी मुकत सी। ते साहब अखीर विच कह दिंदे ने नानक भगत सुखीए सदा सच्चै नाम रचन। कहंदे नानक जी आखदे ने कि जिहड़े भगत हुंदे ने वो सदा ही सुखी ने, क्योंकि वो सच नाल जुड़े हुए ने। ਤੇ ਸੱਚ ਤੇ ਕਦੀ ਦੁਖੀ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਵਰਗਾ ਵੱਡਾ ਭਗਤ ਕਿੱਥੇ ਨਜ਼ਰ ਆਵੇਗਾ?
ਭਗਤ ਸ਼ਬਦ ਵਿੱਚ 3 ਅੱਖਰ ਨੇ, ਪੱਬਾ, ਗੱਗਾ ਤੇ ਤੱਤਾ। ਜਿਹਦੇ ਕੋਲ ਪੱਬੇ ਤੋਂ ਭਜਨ ਹੈ, ਜਿਹਦੇ ਕੋਲ ਗੱਗੇ ਤੋਂ ਗਿਆਨ ਹੈ, ਜਿਹਦੇ ਕੋਲ ਤੱਤੇ ਤੋਂ ਤਿਆਗ ਕਰਨ ਦੀ ਜੁਰਤ ਹੈ, ਅਸਲ ਭਗਤ ਉਹ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਭਜਨ ਕਿਹਦੇ ਕੋਲ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਗਿਆਨ ਕਿਹਦੇ ਕੋਲ ਹੈ? ਤੇ ਉਹ ਜੀ ਤਿਆਗ ਕਰਨ ਦੀ ਜੁਰਤ ਕਿਹਦੇ ਕੋਲ ਹੈ? ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰ ਉਪਕਾਰ ਕੀਏ। ਇੱਕ ਖਾਲਸ ਖਾਲਸਾ ਪੰਥ ਸजा, जातों के भेद निकाल दिए। उस तेग के बेटे ने तेग पकड़, दुखियों के काट जंजाल दिए। उस मुल्को वतन की खिदमत में कहीं बाप दिया कहीं लाल दिए, कहीं बाप दिया कहीं लाल दिए। ਇਹੋ ਜਿਹਾ त्याग कित्थे है? ਇਤਨਿਕ ਸੇਵਾ ਪ੍ਰਵਾਨ ਕਰਨੀ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।